ਬੀਬੀ ਜੀ ਪ੍ਰਕਾਸ਼ ਕੌਰ ਜੀ ਦੇ ਨਾਲ 1992 ਤੋਂ ਜੁੜੀ ਹੋਈ ਹਾਂ। ਇਹ ਬੀਬੀ ਜੀ ਜਿਹੜੀ ਸ਼ਖਸੀਅਤ ਆ, ਇਹਨਾਂ ਨੂੰ ਸ਼ਬਦਾਂ ਦੇ ਵਿੱਚ ਵਿਵਰਨ ਕਰਨਾ ਬਹੁਤ ਮੁਸ਼ਕਲ ਹੈ, ਕਿਉਂਕਿ ਇਹ ਐਸੀ ਸ਼ਖਸੀਅਤ ਆ ਜੋ ਕਿ ਇੱਕ ਬੱਚਿਆਂ ਦੇ ਵਾਸਤੇ ਇੱਕ ਮਸੀਹਾ ਹੈ। ਬੀਬੀ ਜੀ ਕੋਲ ਜਿਹੜੀਆਂ ਬੱਚੀਆਂ ਰਹਿੰਦੀਆਂ ਸੀ, ਉਹ ਮੇਰੇ ਆਉਣ ਤੱਕ ਸਵੇਰੇ 4 ਵਜੇ ਹੀ ਉੱਠ ਕੇ ਉਹਨਾਂ ਦੇ ਪੋਤੜੇ ਵਗੈਰਾ ਸਾਰਾ ਕੁਝ ਆਪ ਕਰਦੇ ਸੀ। ਔਰ ਮੇਰੇ ਆਉਂਦੇ ਤੱਕ ਬੀਬੀ ਜੀ ਨੇ ਘਰ ਨੂੰ ਇਸ ਤਰ੍ਹਾਂ ਸਵਰਗ ਦੀ ਤਰ੍ਹਾਂ ਸੁੰਦਰ ਬਣਾਇਆ ਹੁੰਦਾ ਸੀ, ਬੱਚਿਆਂ ਨੂੰ ਤਿਆਰ ਕੀਤਾ ਹੁੰਦਾ ਸੀ। ਔਰ ਇਹ ਬੱਚਿਆਂ ਨੂੰ ਮਤਲਬ ਕਿ ਇੱਕ ਮਾਂ ਵੀ ਆਪਣੇ ਬੱਚਿਆਂ ਨੂੰ ਅਜਿਹੇ ਅੱਛੇ ਤਰੀਕੇ ਨਾਲ ਨਹੀਂ ਕਰ ਸਕਦੇ ਜੋ ਬੀਬੀ ਜੀ ਨੇ ਕੀਤਾ, ਜਿਹੜਾ ਕਿ ਇੱਕ ਬੜੇ ਛੋਟੇ ਜਿਹੇ ਘਰ ਤੋਂ ਸ਼ੁਰੂ ਹੋਇਆ, ਅੱਜ ਇੱਕ ਮਹਿਲ ਦੇ ਰੂਪ ਵਿੱਚ ਇਸ ਬੀਬੀ ਜੀ ਦੀ ਸ਼ਖਸੀਅਤ ਕਰਕੇ ਹੀ ਇੱਥੇ ਤੱਕ ਪਹੁੰਚ ਹੋਈ ਆ। ਇਹ ਦੁਨੀਆ ਇੱਕ ਬਹੁਤ ਸੋਹਣਾ ਰਹਿਣ ਬਸੇਰਾ ਹੈ ਇਨਸਾਨ ਘਰਾਂ 'ਚ, ਪਰ ਅਫਸੋਸ ਕਿਸੇ ਦਾ ਤਾਂ ਕੋਈ ਘਰ ਵੀ ਨਹੀਂ ਹੁੰਦਾ। ਕਹਿੰਦੇ ਨੇ ਇਹ ਕੁੜੀਆਂ ਚਿੜੀਆਂ ਹੁੰਦੀਆਂ ਨੇ, ਪਰ ਇਹਨਾਂ ਦੇ ਪਰ ਨਹੀਂ ਹੁੰਦੇ। ਮੈਨੂੰ ਦੱਸੀ ਮੇਰਿਆ ਰੱਬਾ, ਕੁੜੀਆਂ ਦੇ ਕਿਉਂ ਘਰ ਨਹੀਂ ਹੁੰਦੇ? ਜਿਨ੍ਹਾਂ ਬੱਚਿਆਂ ਨੂੰ ਮਰਨ ਦੇ ਲਈ ਕੂੜੇ ਦੇ ਵਿੱਚ, ਨਾਲੀਆਂ ਦੇ ਵਿੱਚ, ਝਾੜੀਆਂ ਦੇ ਵਿੱਚ ਜਾਂ ਸੜਕਾਂ ਤੇ ਸੁੱਟ ਦਿੱਤਾ ਜਾਂਦਾ ਹੈ, ਉਹਨਾਂ ਲਵਾਰਿਸ ਬੱਚਿਆਂ ਦਾ ਘਰ ਹੈ ਜਲੰਧਰ ਦੇ ਵਿੱਚ ਯੂਨੀਕ ਹੋਮ। ਭਾਈ ਕਨਈਆ ਜੀ ਚੈਰੀਟੇਬਲ ਟਰਸਟ ਦੇ ਮੁੱਖ ਸੇਵਾਦਾਰ ਬੀਬੀ ਪ੍ਰਕਾਸ਼ ਕੌਰ ਜੀ, ਜਿਨ੍ਹਾਂ ਨੂੰ ਇਹਨਾਂ ਬੱਚਿਆਂ ਦੇ ਜੀਵਨ ਸੰਵਾਰਨ ਦੇ ਲਈ ਭਾਰਤ ਸਰਕਾਰ ਵੱਲੋਂ ਭਾਰਤ ਦਾ ਸਰਵੋੱਚ ਚੌਥਾ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਦਿੱਤਾ ਗਿਆ। ਉਹ ਇਹਨਾਂ ਬੇਸਹਾਰਾ ਬੱਚਿਆਂ ਦੀ ਮਾਂ ਬਣ ਕੇ ਵਿਚਰ ਰਹੇ ਨੇ। ਪੰਜਾਬੀ ਨੈਸ਼ਨਲ ਟੀਵੀ ਸਜਦਾ ਕਰਦਾ ਹੈ ਉਹਨਾਂ ਦੇ ਮਹਾਨ ਕਾਰਜ ਨੂੰ, ਤੇ ਪੰਜਾਬੀ ਸੱਥ ਵਿੱਚ ਤੁਹਾਨੂੰ ਮਿਲਾ ਰਿਹਾ ਹੈ ਪਦਮ ਸ਼੍ਰੀ ਬੀਬੀ ਪ੍ਰਕਾਸ਼ ਕੌਰ ਜੀ ਦੇ ਨਾਲ। ਜੀ ਆਇਆਂ ਨੂੰ ਸਵਾਗਤ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ, ਪ੍ਰੋਗਰਾਮ ਪੰਜਾਬੀ ਸੱਥ ਲੈ ਕੇ ਹਾਜ਼ਰ ਹਾਂ ਮੈਂ ਰਮਨੀਕ ਕੌਰ ਤੇ ਮੇਰੇ ਨਾਲ ਨੇ ਚਰਨਜੀਤ ਜੋਗੀ। ਸਵਾਗਤ ਜੀ। ਸ਼ੁਕਰੀਆ, ਮਿਹਰਬਾਨੀ ਰਮਨੀਕ ਕੌਰ ਜੀ। ਔਰ ਅੱਜ ਅਸੀਂ ਪੰਜਾਬੀ ਸੱਥ ਲੈ ਕੇ ਆਏ ਹਾਂ ਜੀ ਉਸ ਵਿਹੜੇ ਦੇ ਵਿੱਚ ਜਿਸ ਵਿਹੜੇ ਦੇ ਵਿੱਚ ਖੁਸ਼ੀਆਂ ਨੇ, ਜ਼ਿੰਦਗੀ ਹੈ, ਜੀਵਨ ਹੈ, ਸੁਚੱਜਾ ਜੀਵਨ, ਔਰ ਉਹ ਜੀਵਨ ਜਿਹੜਾ ਕਿ ਮੌਤ ਦੇ ਮੂੰਹ ਦੇ ਵਿੱਚੋਂ ਮਿਲਿਆ ਜੀ। ਵੈਸੇ ਤੇ ਜੀਵਨ ਮਿਲਦਾ ਹੀ ਮੌਤ ਦੇ ਮੂੰਹ ਦੇ ਵਿੱਚੋਂ, ਪਰ ਕੁਝ ਮਾਵਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਕਿ ਆਪਣੀਆਂ ਬੱਚਿਆਂ ਨੂੰ ਮਰਨ ਦੇ ਵਾਸਤੇ ਕਦੇ ਕੂੜੇ ਦੇ ਵਿੱਚ, ਕਦੇ ਨਾਲੀ ਦੇ ਵਿੱਚ, ਕਦੇ ਝਾੜੀਆਂ ਦੇ ਵਿੱਚ ਜਾਂ ਫਿਰ ਪਲਾਸਟਿਕ ਦੀਆਂ ਬੋਰੀਆਂ ਦੇ ਵਿੱਚ ਬੰਨ੍ਹ ਕੇ ਉਹਨਾਂ ਨੂੰ ਮਰਨ ਦੇ ਲਈ ਸੁੱਟ ਦਿੰਦੀਆਂ ਨੇ, ਪਰ ਉਹਨਾਂ ਨੂੰ ਜ਼ਿੰਦਗੀ ਦੇਣ ਦੇ ਵਾਸਤੇ ਜੀ, ਉਹਨਾਂ ਨੂੰ ਮੌਤ ਦੇ ਮੂੰਹ ਦੇ ਵਿੱਚੋਂ ਜ਼ਿੰਦਗੀ ਦੇ ਕੇ ਇੱਕ ਸੁਚੱਜਾ ਜੀਵਨ ਦੇਣ ਦੇ ਵਾਸਤੇ, ਜਿਨ੍ਹਾਂ ਨੇ ਤਾ ਉਮਰ ਲਗਾ ਦਿੱਤੀ, ਆਪਣੀ ਜ਼ਿੰਦਗੀ ਪੂਰੀ ਉਹਨਾਂ ਬੱਚਿਆਂ ਦੀ ਮਾਂ ਬਣ ਕੇ ਗੁਜ਼ਾਰੀ ਹੈ। ਉਸ ਮਾਂ ਦੇ ਨਾਲ, ਉਸ ਮਾਂ ਦੇ ਕਾਰਜਾਂ ਨੂੰ ਸਨਮਾਨਿਤ ਕਰਦਿਆਂ ਹੋਇਆਂ ਭਾਰਤ ਸਰਕਾਰ ਵੱਲੋਂ ਭਾਰਤ ਦਾ ਸਭ ਤੋਂ ਵੱਡਾ ਚੌਥਾ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਦੇ ਨਾਲ ਉਹਨਾਂ ਨੂੰ ਨਵਾਜਿਆ ਗਿਆ। ਔਰ ਅੱਜ ਸਾਡੇ ਨਾਲ ਨੇ ਪਦਮ ਸ਼੍ਰੀ ਬੀਬੀ ਪ੍ਰਕਾਸ਼ ਕੌਰ ਜੀ, ਤੁਹਾਡਾ ਸਵਾਗਤ। ਧੰਨਵਾਦ ਜੀ। ਬੀਬੀ ਜੀ, ਜਦੋਂ ਵੀ ਕਦੇ ਅਸੀਂ ਕੋਈ ਕੰਮ ਕਰਨਾ ਹੋਵੇ, ਦਿਮਾਗ ਦੇ ਵਿੱਚ ਕੋਈ ਪਲੈਨਿੰਗ ਚੱਲਦੀ ਹੋਵੇ, ਤਾਂ ਇੱਕਦਮ ਇਹ ਸਭ ਨਹੀਂ ਹੁੰਦਾ। ਹੌਲੀ ਹੌਲੀ ਵਿਚਾਰ ਬਣਦੇ ਨੇ, ਫਿਰ ਉਹਨਾਂ ਵਿਚਾਰਾਂ ਦੇ ਉੱਪਰ ਦ੍ਰਿੜ ਹੋਣਾ ਪੈਂਦਾ, ਪਹਿਰਾ ਦੇਣਾ ਪੈਂਦਾ। ਸੇਵਾ ਜਦੋਂ ਵੀ ਕਰਨੀ ਹੋਵੇ ਤਾਂ ਇੱਕੋ ਦਮ ਇਹ ਕੰਮ ਨਹੀਂ ਹੁੰਦਾ। ਉਹਦੇ ਲਈ ਪਹਿਲਾਂ ਦਿਮਾਗ ਦੇ ਵਿੱਚ ਵਿਚਾਰ ਆਉਂਦੇ ਨੇ। ਸਭ ਤੋਂ ਪਹਿਲਾਂ ਇਹ ਫੁਰਨਾ ਕਿਵੇਂ ਫੁਰਿਆ? ਇਹ ਸਾਰਾ ਜੇ ਬੜਾ ਡੀਪ ਸੋਚੀਏ, ਡੂੰਘਾ ਜਾ ਕੇ, ਤੇ ਇਹ ਸਾਰੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੁੰਦੀ ਹੈ ਜੀ। ਹਰ ਰੂਹ ਨੂੰ ਗੁਰੂ ਸਾਹਿਬ ਜੀ ਨੇ ਕੋਈ ਨਾ ਕੋਈ ਮੈਸੇਜ ਦੇ ਕੇ ਭੇਜਿਆ ਹੁੰਦਾ ਹੈ ਕਿ ਭਾਈ ਤੂੰ ਸੰਸਾਰ ਮੰਚ ਤੇ ਜਾਣਾ ਤੇ ਆ ਮੈਂ ਤੇਰੇ ਕੋ ਕਾਰਜ ਕਰਾਉਣਾ। ਏਡੇ ਏਡੇ ਗੁਰੂ ਪੀਰ ਵੀ ਆਏ, ਉਹ ਵੀ ਮੈਸੇਜ ਲੈ ਕੇ ਆਏ। ਸੋ ਇਹ ਸਭ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ, ਪਰਮਾਤਮਾ ਦੀ ਕਿਰਪਾ ਹੈ ਕਿ ਉਹਨਾਂ ਨੇ ਜੀਵਨ 'ਚ ਲਿਖਿਆ ਸੀ ਕਿ ਭਾਈ ਆਹ ਕਾਰਜ ਤੇਥੋਂ ਕਰਾਉਣਾ ਤੇ ਆਹ ਸੇਵਾ ਤੇਥੋਂ ਲੈਣੀ ਹੈ, ਤੇ ਗੁਰੂ ਸਾਹਿਬ ਲੈ ਰਹੇ ਨੇ ਜੀ। ਜੀ। ਤੇ ਜੇਕਰ ਗੱਲ ਕਰੀਏ ਕਿ ਇਹ ਸੇਵਾ ਜਿਹੜੀ ਹੈ ਬਹੁਤ ਵੱਡੀ ਵੀ ਹੈ, ਕਠਿਨ ਵੀ ਹੈ, ਔਖੀ ਵੀ ਹੈ, ਚੁਣੌਤੀਆਂ ਵੀ ਨੇ। ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਦਾ ਕੋਈ ਵੱਖਰਾ ਕੰਮ ਸ਼ੁਰੂ ਕਰਦਾ ਹੈ, ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ੁਰੂਆਤੀ ਦੌਰ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਤੁਹਾਨੂੰ ਸਾਹਮਣਾ ਕਰਨਾ ਪਿਆ? ਇਹ ਕਾਰਜ ਵਿੱਚ ਚੁਣੌਤੀਆਂ, ਮੁਸ਼ਕਲਾਂ ਤੇ ਬਹੁਤ ਆਈਆਂ, ਪਰ ਉਹ ਵੀ
ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਬੜੇ ਹੀ ਆਨੰਦਮਈ ਢੰਗ ਨਾਲ ਉਹਨਾਂ ਚੁਣੌਤੀਆਂ ਨੂੰ ਸਵੀਕਾਰ ਕੀਤਾ ਤੇ ਉਹਨਾਂ ਨੂੰ ਚੁਣੌਤੀਆਂ ਨੂੰ ਮੰਨ ਕੇ ਜੀਵਨ ਨੂੰ ਫੇਰ ਤੋਰਿਆ। ਇਹੀ ਤੇ ਜੀਵਨ ਹੈ ਜੀ, ਇਹੀ ਤੇ ਸਾਨੂੰ ਸੇਧ ਦਿੱਤੀ ਗੁਰੂ ਸਾਹਿਬ ਜੀ ਨੇ ਕਿ ਚੁਣੌਤੀਆਂ ਵਿੱਚ ਵੀ ਤੇਰਾ ਮਨ ਢਹਿੰਦੀ ਕਲਾ ਚ ਨਾ ਜਾਵੇ, ਚੜ੍ਹਦੀ ਕਲਾ ਚ ਰਵੇ। ਜਿੰਨੀਆਂ ਮਰਜ਼ੀ ਚੁਣੌਤੀਆਂ ਹੋਣ, ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਜਦੋਂ ਤੁਸੀਂ ਕੋਈ ਵੀ ਕਾਰਜ ਕਰਦੇ ਹੋ, ਜਦੋਂ ਆਪਣੇ ਆਪ ਨੂੰ ਤੁਸੀਂ ਵਿੱਚੋਂ ਜ਼ੀਰੋ ਦਾ ਵੀ ਕੋਈ ਮੁੱਲ ਹੁੰਦਾ, ਜ਼ੀਰੋ ਵੀ ਨਹੀਂ ਸਮਝਦੇ ਤੇ ਸਾਰੀ ਉਹਦੀ ਬਖਸ਼ਿਸ਼ ਸਮਝ ਕੇ ਕਰਦੇ ਹੋ ਤੇ ਗੁਰੂ ਸਾਹਿਬ ਜੀ ਆਪ ਸਹਾਈ ਹੁੰਦੇ ਆ। ਔਰ ਇਹੀ ਜੀਵਨ ਹੈ, ਚੁਣੌਤੀਆਂ ਨੂੰ ਰੋ ਪਿੱਟ ਕੇ ਨਹੀਂ, ਬੜੇ ਚੜ੍ਹਦੀ ਕਲਾ ਚ ਰਹਿ ਕੇ ਖਿੜੇ ਮੱਥੇ ਉਹਨਾਂ ਨੂੰ ਸਵੀਕਾਰ ਕਰਕੇ ਜੀਵਨ ਦੀ ਡੋਰ ਨੂੰ ਤੋਰਨਾ। ਔਰ ਇਹੀ ਸਾਨੂੰ ਸਾਡੇ ਗੁਰੂਆਂ ਨੇ ਇਹੀ ਜੀਵਨ ਜਾਚ ਸਿਖਾਈ ਜੀ। ਬੀਬੀ ਜੀ, ਜਦੋਂ ਵੀ ਅਸੀਂ ਤੁਹਾਡੇ ਵੱਲ ਦੇਖਦੇ ਹਾਂ, ਤੁਸੀਂ ਸਾਨੂੰ ਇੱਕ ਪ੍ਰੇਰਨਾ ਸਰੋਤ ਲੱਗਦੇ ਹੋ। ਸਾਨੂੰ ਇਦਾਂ ਲੱਗਦਾ ਵੀ ਤੁਹਾਡੇ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ। ਤੁਹਾਨੂੰ ਪ੍ਰੇਰਨਾ ਕਿਹਦੇ ਤੋਂ ਮਿਲੀ? ਕਦੋਂ ਲੱਗਾ ਕਿ ਜੋ ਇਹ ਕਰ ਰਹੇ ਨੇ ਮੈਂ ਇਹੋ ਜਿਹਾ ਹੀ ਕੁਝ ਕਰਨਾ? ਜਾਂ ਕਿਸੇ ਕਦੇ ਸੰਤ ਦੀ ਭਾਲ ਦੇ ਵਿੱਚ ਹੋਵੋ ਜਾਂ ਕਿਸੇ ਨੇ ਇੰਨਾ ਪ੍ਰਭਾਵਿਤ ਕੀਤਾ ਹੋਵੇ ਕਿ ਇਹ ਕੰਮ ਮੈਂ ਕਿਉਂ ਨਹੀਂ ਕਰ ਸਕਦੀ? ਸ਼ੁਰੂ ਤੋਂ ਹੀ ਕਈ ਆਪਣਾ ਫਰੈਂਡਲੀ ਸਰਕਲ ਵੀ ਇੰਜ ਦਾ ਹੀ ਸੀ ਵੀ ਅਸੀਂ ਇਹਨਾਂ ਬੱਚੀਆਂ ਦੇ ਵਿੱਚ ਜੀਵਨ ਬਤੀਤ ਕਰਨਾ ਹੈ ਤੇ ਨਾਲੇ ਬੱਚੀਏ ਹਰ ਜੀਵ ਦਾ ਕੋਈ ਪਿਛਲਾ ਸੰਸਕਾਰ ਹੁੰਦਾ ਹੈ। ਇਹ ਬੜੀ ਦੌੜ ਰਹੀ ਸਾਰੀ ਉਮਰ ਕੇ ਕਿਸੇ ਸਾਧੂ ਮਹਾਂਪੁਰਖ ਦੇ ਦਰਸ਼ਨ ਹੋਣ ਜੀ, ਬੜੀ ਇਹ ਭਾਲ ਚ ਅੱਧੇ ਤੋਂ ਜ਼ਿਆਦਾ ਜੀਵਨ ਇਸੇ ਭਾਲ ਚ ਹੀ ਬਤੀਤ ਕਰਤਾ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਵੀ ਭਾਈ ਇਹਨਾਂ ਬੱਚੀਆਂ ਦੀ ਸੇਵਾ ਦੇ ਵਿੱਚ ਹੀ ਸਾਰਾ ਕੁਝ ਹੈ। ਕਹਿੰਦੇ ਨੇ ਕਿ ਜਦੋਂ ਤੁਸੀਂ ਕਿਸੇ ਨੂੰ ਲੱਭਣ ਜਾਂਦੇ ਹੋ ਉਹ ਤੁਹਾਡੇ ਅੰਦਰ ਹੀ ਹੁੰਦਾ ਹੈ। ਸੰਤ ਦੀ ਭਾਲ ਦੇ ਵਿੱਚ ਤੁਸੀਂ ਸੀ, ਤੁਹਾਡੇ ਤੇ ਆਪ ਅੰਦਰ ਸੰਤ ਨੇ। ਵਾਹਿਗੁਰੂ, ਨਹੀਂ ਜੀ ਮੇਰਾ ਜੀਵਨ ਸੰਤਾਂ ਵਰਗਾ ਤੇ ਨਹੀਂ, ਪਰ ਅਰਦਾਸ ਹੈ ਕਿ ਗੁਰੂ ਸਾਹਿਬ ਕਿਰਪਾ ਕਰਨ ਤੇ ਅਸੀਂ ਇੱਕ ਚੰਗੇ ਇਨਸਾਨ ਬਣ ਸਕੀਏ। ਬੱਚੀਏ ਸੰਤ ਬਣਨਾ ਤੇ ਬਹੁਤ ਵੱਡੀ ਗੱਲ ਹੈ, ਅਸੀਂ ਤੇ ਅਜੇ ਚੰਗੇ ਇਨਸਾਨ ਹੀ ਨਹੀਂ ਬਣ ਸਕੇ। ਗੁਰੂ ਮਿਹਰ ਕਰੇ ਕਿ ਸਾਨੂੰ ਸੱਚੇ ਪਾਤਸ਼ਾਹ ਆਪਣੇ ਦੱਸੇ ਹੋਏ ਆਪਣੇ ਰਹਿਨੁਮਾਈ ਅਸੀਂ ਜੋ ਸਾਨੂੰ ਦਿੱਤੀ ਹੈ ਉਹਨਾਂ ਤੇ ਅਸੀਂ ਚੱਲ ਸਕੀਏ ਤੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਹੈ। ਬੀਬੀ ਜੀ, ਜ਼ਿੰਦਗੀ ਦੇ ਵਿੱਚ ਕਿਉਂਕਿ ਇਹ ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਕੋਈ ਠੋਕਰ ਲੱਗਦੀ ਹੈ, ਕੋਈ ਕਿਸੇ ਤਰ੍ਹਾਂ ਦਾ ਉਹਦੇ ਦਿਲ ਦੇ ਵਿੱਚ ਖਿਆਲ ਆਉਂਦਾ ਹੈ, ਫੁਰਨਾ ਫੁਰਦਾ ਹੈ ਔਰ ਉਸ ਵੇਲੇ ਬੰਦਾ ਉਹ ਇਸ ਸੇਵਾ ਦੇ ਕਾਰਜ ਦੇ ਵਿੱਚ ਨਿਕਲਦਾ ਹੈ। ਬਹੁਤ ਸਾਰੀਆਂ ਮੁਸ਼ਕਲਾਂ ਵੀ ਆਉਂਦੀਆਂ ਨੇ ਜ਼ਿੰਦਗੀ ਦੇ ਵਿੱਚ, ਕੋਈ ਖਾਸ ਕੋਈ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਤੁਹਾਡੇ ਸਨਮੁਖ ਆਈਆਂ ਹੋਣ? ਇਹ ਜਦੋਂ ਇਹ ਮੈਂ ਤੁਹਾਨੂੰ ਪਹਿਲਾਂ ਹੀ ਬਚਨ ਕੀਤੇ ਨਾ ਵੀ ਗੁਰੂ ਸਾਹਿਬ ਜੀ ਦਾ ਸਾਰਾ ਪ੍ਰੀ ਪਲਾਨਡ ਹੁੰਦਾ। ਤੁਸੀਂ ਗੁਰੂ ਘਰ ਜਾਂਦੇ ਹੋ, ਗੁਰੂ ਸਾਹਿਬ ਜੀ ਨੂੰ ਜਦੋਂ ਮੱਥਾ ਟੇਕਦੇ ਹੋ ਤੇ ਗੁਰੂ ਸਾਹਿਬ ਜੀ ਦੀਆਂ ਜਦੋਂ ਟੀਚਿੰਗ ਜਿਹਨੂੰ ਸੁਣਦੇ ਹੋ ਕਿ ਮਨਾ ਤੂੰ ਇਹ ਮੰਨ ਕੇ ਚੱਲ ਕੇ ਜੋ ਤੈਨੂੰ ਦਿਸ ਰਿਹਾ ਇਹ ਸਭ ਅਸਤ ਹੈ, ਇਹ ਬਿਨਸਣਹਾਰ ਹੈ। ਉਹ ਗੱਲ ਇੰਨੀ ਟੁੰਬੀ ਕਿ ਮਨਾ ਇਹ ਬਿਨਸਣਹਾਰ ਹੈ ਤੇ ਇਹ ਤੇ ਇੱਕ ਦਿਨ ਸਭ ਸ਼ਾਈ ਮਾਈ ਹੋਣਾ, ਪਰ ਤੇਰਾ ਜਿਹੜਾ ਨੇਕੀ ਦਾ ਕਰਮ ਹੈ ਉਹ ਨਾਲ ਚੱਲਣਾ, ਉਹਨੇ ਸ਼ਾਦੀ ਭਰਨੀ ਹੈ ਸਾਰੀ ਤੇ ਕੋਈ ਨੇਕੀ ਦਾ ਕਰਮ। ਤੇ ਇਹਨਾਂ ਬੱਚੀਆਂ ਦੀ ਸੇਵਾ ਤੋਂ ਵੱਧ ਮੈਨੂੰ ਕੋਈ ਨੇਕੀ ਦਾ ਕਰਮ ਜੀ। ਸਭ ਤੋਂ ਜਿਹੜੀ ਪਹਿਲੀ ਬੱਚੀ ਆ ਉਹ ਤੁਹਾਨੂੰ ਕਿੱਥੋਂ ਮਿਲੀ ਸੀ ਤੇ ਕਿੱਦਾਂ ਮਿਲੀ ਸੀ? ਉਹ ਬੱਚੀ ਸਾਨੂੰ ਮਿਲੀ ਸੀ ਜੀ, ਕੋਈ ਡਸਟਬਿਨ ਚ ਉਹਨੂੰ ਸੁੱਟ ਗਿਆ ਸੀ। ਅੱਛਾ। ਉਹ ਡਸਟਬਿਨ ਚੋਂ ਬੱਚੀ ਚੁੱਕੀ ਸੀ। ਉਹ ਅੱਜ ਕੱਲ ਬੱਚੀ ਕੈਨੇਡਾ ਪੜ ਰਹੀ ਹੈ ਜੀ। ਉਹ ਪਹਿਲਾਂ ਪੜ੍ਹੀ ਜੀ ਮਸੂਰੀ ਜੀਸਸ ਐਂਡ ਮੈਰੀ ਕਨਵੈਂਟ ਵੇਵਰਲੀ। ਅੱਛਾ। ਤੇ ਅੱਜ ਕੱਲ ਉਹ ਕੈਨੇਡਾ ਪੜ ਰਹੀ ਹੈ ਜੀ। ਕੀ ਬਾਤ ਹੈ। ਕਿੰਨੇ ਸਾਥ ਦਿੱਤਾ? ਕਿਉਂਕਿ ਜਦੋਂ ਵੀ ਆਪਾਂ ਕੋਈ ਕੰਮ ਕਰਦੇ ਆ ਤਾਂ ਇਕੱਲਾ ਬੰਦਾ ਉਸ ਕੰਮ ਨੂੰ ਨੇਪਰੇ ਨਹੀਂ ਚਾੜ ਸਕਦਾ, ਉਹਦੇ ਲਈ ਇੱਕ ਹੋਰ ਹੱਥ ਹੋਣਾ ਜ਼ਰੂਰੀ ਹੈ। ਇੱਕ ਤੇ ਇੱਕ 11 ਹੁੰਦੇ ਨੇ। ਤੁਹਾਡਾ ਸਾਥ ਕਿੰਨੇ ਦਿੱਤਾ? ਜਦੋਂ ਤੁਸੀਂ ਬੜਾ ਸੁਹਿਰਦ ਹਿਰਦੇ ਨਾਲ ਪਰਮਾਤਮਾ ਅੱਗੇ ਅਰਦਾਸ ਕਰਕੇ ਕੋਈ ਕੰਮ ਕਰਦੇ ਹੋ ਤੇ ਤੁਹਾਨੂੰ ਸੱਚਮੁੱਚ ਤੁਰਦੇ ਤਾਂ ਤੁਸੀਂ ਇਕੱਲੇ ਹੋ, ਪਰ ਤੁਹਾਨੂੰ ਬਹੁਤ ਚੰਗੇ ਲੋਕ ਵੀ ਮਿਲ ਜਾਂਦੇ ਆ, ਬੜੀ ਵਧੀਆ ਸੋਚ ਵਾਲੇ। ਆ ਤੁਹਾਡੇ ਕੋਲ ਭੈਣ ਜੀ ਮਨਜੀਤ ਕੌਰ ਬੈਠੇ ਨੇ, ਇੰਨੀ ਨੇਕ ਰੂਹ ਮੈਨੂੰ ਮਿਲੀ ਕਿ ਇਹਨੇ ਜਿਵੇਂ ਕਿਤੇ ਦੋਵੇਂ ਹੀ ਬਾਹਾਂ ਫੜ ਲਈਆਂ ਹੋਣ। ਫਿਰ ਉਸ ਤੋਂ ਬਾਅਦ ਸਰਦਾਰ ਨੌਨਿਹਾਲ ਸਿੰਘ ਜੀ ਚੱਠਾ ਗੜਾ ਜਲੰਧਰ ਸਿਟੀ ਤੋਂ ਸੀ, ਉਹ ਆਏ। ਮਾਤਾ ਜੀ ਸਰਹਾਲੀ ਕਲਾ ਵਾਲੇ ਆਏ, ਮਾਤਾ ਜੀ ਦਾ ਨਾਮ ਗੁਰਦੀਪ ਕੌਰ ਜੀ, ਡਾਕਟਰ ਸਾਹਿਬ ਆਏ। ਫਿਰ ਅੰਮ੍ਰਿਤਸਰ ਤੋਂ ਚਰਨਦਾਸ ਜੀ ਮੈਨੂੰ ਮਿਲੇ, ਤ੍ਰਿਹਨ ਸਾਹਿਬ। ਕਿਆ ਜੀਵਨ ਉਹਨਾਂ ਦਾ ਤੇ ਬੜੇ ਚੰਗੇ ਲੋਕ ਮਿਲੇ। ਹੁਣ ਵੀ ਕੁਝ ਐਸੇ ਲੋਕ ਨੇ ਕਿ ਉਹ ਮੈਨੂੰ ਕਹਿੰਦੇ ਨੇ ਬੀਬੀ ਜੀ
ਭਾਵੇਂ ਅਸੀਂ ਇੰਗਲੈਂਡ ਕੈਨੇਡਾ ਜਿਹੜੇ ਮਰਜ਼ੀ ਨੁੱਕਰ ਚ ਹੋਈਏ, ਪਰ 24 ਘੰਟੇ ਅਸੀਂ ਬੱਚਿਆਂ ਲਈ ਇੱਥੇ ਹਾਜ਼ਰ। ਵਾਹ ਸੋ ਸਤਨਾਮ ਸਿੰਘ ਵੀਰ ਜੀ ਮਿਲੇ, ਬੜੇ ਬੜੇ ਵਧੀਆ ਇਨਸਾਨ ਮਿਲੇ, ਬਹੁਤ ਨੇਕ ਰੂਹਾਂ ਦੇ ਦਰਸ਼ਨ ਹੋਏ। SS ਜੋਗੀ ਸਾਹਿਬ, ਸੇਵਾਦਾਰ ਸਿੰਘ ਜੋਗੀ ਕਪੂਰਥਲੇ ਤੋਂ ਮਿਲੇ, ਬੀਬੀ ਜੀ ਮਿਸਿਸ ਸਿੱਧੂ ਮਿਲੇ। ਸੋ ਬੜੀ ਗੁਰੂ ਸਾਹਿਬ ਜੀ ਦੀ ਕਿਰਪਾ। ਇੱਕ ਬਜਾਜ ਸਾਹਿਬ ਸਨ, ਉਹਨਾਂ ਨੇ ਬੜੀ ਸੇਵਾ, ਆਪਣੀ ਰੋਟੀ ਪੱਲੇ ਬੰਨ ਕੇ ਲਿਆਉਂਦੇ ਸੀ ਤੇ ਸਾਰਾ ਦਿਨ ਕੰਮ ਇੱਥੇ ਕਰਨਾ। ਵਾਹ ਸਮੀਪੁਰ ਤੋਂ ਪ੍ਰਿੰਸੀਪਲ ਸਾਹਿਬ ਮਿਲੇ ਤੇ ਬਹੁਤ ਨੇਕ ਰੂਹਾਂ ਜਿਹੜੀਆਂ ਆਪਣਾ ਵਾਕਿਆ ਹੀ ਮਨ ਮਾਰ ਕੇ, ਔਰ ਉਹਨਾਂ ਨੇ ਕਦੀ ਕਿਤੇ ਮੀਡੀਆ ਨੇ ਆਉਣਾ। ਇੱਕ ਵਾਰ ਮੈਨੂੰ ਯਾਦ ਹੈ ਕਿ ਇੰਗਲੈਂਡ ਤੋਂ ਡੈਲੀਗੇਸ਼ਨ ਆਇਆ ਹੋਇਆ ਸੀ ਗੋਰਿਆਂ ਦਾ ਜੀ, ਤੇ ਮੈਨੂੰ ਚੱਠਾ ਸਾਹਿਬ ਸਰਦਾਰ ਨੌਨਿਹਾਲ ਸਿੰਘ ਮਿਲਣ ਆਏ ਤੇ ਮੈਂ ਕਿਹਾ ਵੀ ਆਓ, ਉਹ ਬੜਾ ਚੱਲ ਰਿਹਾ ਵਾ ਉੱਤੇ ਸਿਸਟਮ ਸਾਰਾ, ਤੇ ਆਂਦੇ ਬੀਬੀ ਜੀ ਬਸ ਤੁਹਾਨੂੰ ਮਿਲ ਲਿਆ, ਓਕੇ, ਜੇ ਕੋਈ ਤੁਹਾਨੂੰ ਪ੍ਰੋਬਲਮ ਹੈ ਤੇ ਮੈਨੂੰ ਦੱਸੋ। ਮਤਲਬ ਇਸ ਤਰ੍ਹਾਂ ਦੀਆਂ ਰੂਹਾਂ ਵੀ ਜੇ ਕੋਈ ਮੀਡੀਆ ਵਾਲੇ ਆਏ ਹੋਏ ਆ ਤਾਂ ਉਹਦੇ ਸਾਹਮਣੇ ਨਹੀਂ ਆਉਣਾ। ਸੇਵਾ ਵੀ ਕਰਨੀ ਮਨ ਧਨ ਨਾਲ ਪੂਰੀ, ਔਰ ਪੱਕੇ ਉਹ ਕਾਮਰੇਡ। ਔਰ ਮੈਨੂੰ ਬੜਾ ਸਾਰਿਆਂ ਮੇਰੇ ਫਰੈਂਡਲੀ ਸਰਕਲ ਚ ਹੱਸਣਾ ਕਿ ਭੈਣ ਜੀ ਤੁਸੀਂ ਤੁਹਾਡਾ ਬਾਣਾ ਤੇ ਸਰਦਾਰ ਨੌਨਿਹਾਲ ਸਿੰਘ ਚੱਠਾ ਸਾਹਿਬ ਉਹ ਪੱਕੇ ਕਾਮਰੇਡ, ਤੇ ਇੰਨਾ ਕਿਵੇਂ ਮਿਲ ਗਏ ਵਿਚਾਰ। ਦੇਖੋ ਇਹ ਤੁਹਾਡਾ ਆਪ ਦਾ ਜੋ ਸਾਦਗੀ ਭਰਿਆ ਔਰ ਸੁਚੱਜਾ ਜੀਵਨ ਜਿਹੜਾ ਗੁਰਮਤ ਦੇ ਅਨੁਸਾਰ ਚੱਲਦਾ ਹੈ, ਔਰ ਗੁਰਮਤ ਦੇ ਅਨੁਸਾਰ ਚੱਲਣ ਵਾਲਾ ਜੀਵਨ ਜਿਹੜਾ ਹੁੰਦਾ ਉਹਦੇ ਨਾਲ ਲੋਕ ਮਗਰ ਮੱਲੋ ਮੱਲੀ ਤੁਰ ਪੈਂਦੇ ਨੇ, ਆਪ ਮੁਹਾਰੇ ਵਗ ਤੁਰਦੇ ਨੇ। ਔਰ ਐਡਾ ਵੱਡਾ ਤੁਹਾਡਾ ਅੱਜ ਕਾਫਲਾ ਹੋ ਚੁੱਕਿਆ। ਉਹ ਕਹਾਣੀ ਕਿ ਇੱਕ ਬੱਚੀ ਮੌਤ ਦੇ ਮੂੰਹ ਦੇ ਵਿੱਚ ਸੁੱਟ ਗਿਆ ਕੋਈ, ਔਰ ਕੁੱਤੇ ਉਹਨੂੰ ਨੋਚ ਕੇ ਖਾ ਰਹੇ ਨੇ, ਉਹ ਬੱਚੀ ਤੁਸੀਂ ਚੱਕ ਕੇ ਲਿਆਂਦੀ, ਬਹੁਤ ਵਧੀਆ ਸਕੂਲਾਂ ਦੇ ਵਿੱਚੋਂ ਪੜ੍ਹੀ, ਉਹਨਾਂ ਸਕੂਲਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਆਮ ਕੋਈ ਪਰਿਵਾਰ ਬੱਚਿਆਂ ਨੂੰ ਸ਼ਾਇਦ ਪੜ੍ਹਾ ਵੀ ਨਹੀਂ ਸਕਦਾ। ਮੁੜ ਬੱਚੀ ਜਾਂਦੀ ਹੈ ਫਿਰ ਉਹ ਕੈਨੇਡਾ ਦੇ ਵਿੱਚ ਜਾ ਕੇ ਸੈੱਟ ਹੁੰਦੀ ਹੈ। ਉਸ ਤੋਂ ਬਾਅਦ ਫਿਰ ਇੱਕ ਬੱਚੀ ਰਾਤ ਨੂੰ ਮੇਰੇ ਕੋਲ ਆਉਂਦੇ ਨੇ ਆ ਜਿਹੜੇ ਦੁੱਧ ਵੇਚਦੇ ਆ, ਵੇਰਕਾ ਮਿਲਕ ਵਾਲੇ ਦਿੰਦੇ ਨੇ, ਉਹਨਾਂ ਦੀ ਗੱਡੀ ਇੱਕ ਅੱਜ ਤੋਂ ਕੋਈ 24 ਸਾਲ ਪਹਿਲਾਂ ਆਉਂਦੀ ਹੈ। ਤੋਂ ਮੇਰੇ ਕੋਲ ਦੌੜੇ ਆਉਂਦੇ ਨੇ ਕਿ ਬੀਬੀ ਜੀ ਇੱਕ ਕੁੱਤਾ ਬੱਚਾ ਲੈ ਕੇ ਜਾ ਰਿਹਾ ਵਾ, ਔਰ ਕੁੱਤਾ ਪਿੱਛੋਂ ਬੱਚੇ ਨੇ ਉਹ ਬੱਚੇ ਨੂੰ ਖਾ ਲਿਆ। ਤੇ ਮੈਂ ਇਸ ਤਰ੍ਹਾਂ ਹੀ ਦੌੜੀ, ਮੈਂ ਚੁੰਨੀ ਵੀ ਨਹੀਂ ਵੇਖੀ ਤੇ ਤੇ ਉੱਥੇ ਗਏ ਜੀ, ਤੇ ਬੱਚੀ ਉਹਦੇ ਮੂੰਹ ਚੋਂ ਫੜੀ, ਘਰ ਨਹੀਂ ਆਈ, ਸਿੱਧੀ ਹਸਪੀਟਲ ਲੈ ਗਈ। ਫਿਰ ਘਰ ਬੱਚੋਂ ਚੁੱਕਿਆ ਸੀ, ਉਹ ਕੁੱਤਾ ਲੈ ਕੇ ਜਾ ਰਿਹਾ ਸੀ। ਉਹ ਬੱਚੀ ਫਿਰ ਉਹ ਵੀ ਬੱਚੀ ਜਿਸ ਸੈਂਟ ਮੈਰੀ ਪੜ੍ਹੀ, ਔਰ ਉਹ ਮੈਨੂੰ ਕਹਿਣ ਲੱਗੀ ਕਿ ਪਹਿਲੋਂ ਮੈਂ ਕੈਨੇਡਾ ਨਹੀਂ ਜਾਣਾ, ਪਹਿਲੋਂ ਮੈਂ ਇੰਗਲੈਂਡ ਪੜ੍ਹਨਾ। ਅੱਛਾ। ਤੇ ਫਿਰ ਉਹ ਇੰਗਲੈਂਡ ਪੜ੍ਹੀ 3 ਸਾਲ 3.5 ਸਾਲ, ਅੱਜ ਕੱਲ ਉਹ ਕੈਨੇਡਾ ਪੜ੍ਹ ਰਹੀ ਹੈ ਜੀ। ਕੀ ਬਾਤ ਹੈ ਜੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬੱਚੀਆਂ ਕਹਾਣੀਆਂ ਨੇ, ਔਰ ਬਹੁਤ ਅਣਗਿਣਤ ਕਹਾਣੀਆਂ ਉਹਨਾਂ ਬੱਚੀਆਂ ਜਿਨ੍ਹਾਂ ਨੂੰ ਜੰਮਣ ਤੋਂ ਬਾਅਦ ਸੁੱਟ ਦਿੱਤਾ ਗਿਆ ਮਰਨ ਦੇ ਵਾਸਤੇ, ਪਰ ਉਹਨਾਂ ਨੂੰ ਉਸ ਡਸਟਬਿਨ ਦੇ ਵਿੱਚੋਂ, ਝਾੜੀਆਂ ਦੇ ਵਿੱਚੋਂ, ਨਾਲੀਆਂ ਦੇ ਵਿੱਚੋਂ, ਹੋਰ ਪਤਾ ਨਹੀਂ ਕਿੱਥੋਂ ਕੱਢ ਕੇ ਇਸ ਮਾਂ ਨੇ, ਇਸ ਬੀਬੀ ਪ੍ਰਕਾਸ਼ ਕੌਰ ਨੇ ਉਹਨਾਂ ਦੀ ਮਾਂ ਬਣ ਕੇ ਦਿਖਾ ਲਿਆ, ਉਹਨਾਂ ਨੂੰ ਸੁਚੱਜਾ ਜੀਵਨ ਜਿਉਣ ਦਾ ਇੱਕ ਮਕਸਦ ਦਿੱਤਾ ਹੈ। ਬਹੁਤ ਸਾਰੀਆਂ ਗੱਲਾਂ ਬਾਤਾਂ ਹੋਰ ਵੀ ਬਾਕੀ ਨੇ। ਮਿਲਦੇ ਹਾਂ ਪੰਜਾਬੀ ਸੱਥ ਵਿੱਚ ਇਸ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ। ਪੰਜਾਬੀ ਸੱਥ ਦੇ ਵਿੱਚ ਅੱਜ ਅਸੀਂ ਪਹੁੰਚੇ ਹੋਏ ਹਾਂ ਯੂਨੀਕ ਹੋਮ ਤੇ ਗੱਲਬਾਤ ਕਰ ਰਹੇ ਹਾਂ ਉਹਨਾਂ ਬੱਚਿਆਂ ਦੀ ਮਾਂ ਦੇ ਨਾਲ ਜਿਹਨੂੰ ਉਹਨਾਂ ਦੀ ਆਪਣੀ ਮਾਂ ਨੇ ਹੀ ਸੁੱਟ ਦਿੱਤਾ, ਕਦੇ ਨਾਲੀ ਦੇ ਵਿੱਚ, ਕਦੇ ਕੂੜੇ ਦੇ ਵਿੱਚ, ਤੇ ਕਦੇ ਕਿਸੇ ਕੁੱਤੇ ਅੱਗੇ ਮਰਨ ਨੂੰ ਸੁੱਟ ਦਿੱਤਾ ਜੀ। ਬੀਬੀ ਜੀ, ਜਦੋਂ ਵੀ ਅਸੀਂ ਗੱਲ ਕਰਦੇ ਹਾਂ ਵੀ ਚੁਣੌਤੀਆਂ ਦੀ, ਕੋਈ ਆਮ ਕੰਮ ਵੀ ਕਰਨਾ ਹੋਵੇ ਨਾ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਨੇ। ਇਹਨਾਂ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਖਰਚਾ ਹੈ, ਖਾਣ ਪੀਣ ਦਾ ਖਰਚਾ ਹੈ, ਕੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਅੱਜ ਤੱਕ? ਜੀਵਨ ਦੇ ਵਿੱਚ ਚੁਣੌਤੀਆਂ ਦਾ ਨਾਮ ਹੀ ਜੀਵਨ ਹੈ ਜੀ। ਸਾਰੀਆਂ ਹੀ ਪ੍ਰੋਬਲਮਸ ਆਈਆਂ ਤੇ ਸਾਰੇ ਨੇਕ ਲੋਕਾਂ ਨੇ ਨਾਲ ਮਿਲ ਕੇ ਬੜਾ ਮੋਢੇ ਨਾਲ ਮੋਢਾ ਲਾ ਕੇ ਪੂਰੀ ਸੇਵਾ ਕੀਤੀ, ਹੈਲਪ ਕੀਤੀ, ਔਰ ਕਰ ਵੀ ਰਹੇ ਨੇ। ਔਰ ਗੁਰੂ ਸਾਹਿਬ ਜੀ ਦੇ ਹੁਕਮ 'ਚ ਸਾਰਾ ਸੋਹਣਾ ਚੱਲ ਵੀ ਰਿਹਾ ਵਾ। ਕਦੇ ਇਦਾਂ ਹੋਇਆ ਵੀ ਰਾਸ਼ਨ ਮੁੱਕ ਗਿਆ ਜਾਂ ਫਿਰ ਕੱਲ ਕੀ ਹੋਊਗਾ, ਕੱਲ ਦਾ ਪ੍ਰਬੰਧ ਕਿਵੇਂ ਹੋਊਗਾ? ਜਦੋਂ ਪਹਿਲੋਂ ਜਦੋਂ ਨਵਾਂ ਬਣਿਆ ਤੇ ਉਦੋਂ ਮੈਂ ਪਹਿਲੋਂ ਵੀ ਨਾਮ ਜ਼ਿਕਰ ਕੀਤਾ ਭੈਣ ਜੀ ਮਨਜੀਤ ਕੌਰ ਦਾ। ਮੈਂ ਕਹਿਣਾ ਗੱਲਾਂ ਤੂੰ ਮੇਰੇ ਨਾਲ ਫੇਰ ਕਰੀ, ਪਹਿਲੋਂ ਆਇਆ ਚੀਜ਼ਾਂ ਜਾ ਕੇ ਕਿਚਨ ਦੀਆਂ ਲੈ ਕੇ ਆ। ਇਹ ਕੁਦਰਤੀ ਮਾਡਲ ਟਾਊਨ ਰਹਿੰਦੇ ਸੀ ਜਲੰਧਰ 'ਚ, ਤੇ ਉੱਥੇ ਚੰਗੇ ਪਰਿਵਾਰ ਵੀ ਸੀ। ਫਿਰ ਉਹਨਾਂ ਕੋਲ ਜਾ ਕੇ ਭੈਣ ਜੀ ਨੇ ਆਪਣਾ ਵੀ ਦਸਵੰਧ ਕੱਢਣਾ, ਉਹਨਾਂ ਕੋਲ ਵੀ ਲੈ ਕੇ ਸਾਰਾ ਕਰਨਾ।
ਤੇ ਇਹ ਤੇ ਆ ਹੀ ਜਾਂਦੀਆਂ ਨੇ, ਜੀ ਸਟਿਲ ਵੀ ਆ ਜਾਂਦੀਆਂ ਨੇ, ਐਸੀ ਕੋਈ ਗੱਲ ਨਹੀਂ। ਪਰ ਗੁਰੂ ਸਾਹਿਬ ਜੀ ਦੇ ਉੱਤੇ ਪੂਰਨ ਭਰੋਸਾ ਹੈ ਤੇ ਗੁਰੂ ਸਾਹਿਬ ਕਿਰਪਾ ਕਰਦੇ ਆ ਤੇ ਫਿਰ ਜੀ ਇਹ ਚੀਜ਼ਾਂ ਤੇ ਆਮ ਜੀਵਨ ਵਿੱਚ ਆਉਂਦੀਆਂ ਹੀ ਆ ਬਿਲਕੁਲ, ਵੀ ਇੰਜ ਨਹੀਂ ਤੇ ਇੰਜ ਨਹੀਂ ਤੇ ਫਿਰ ਬੱਚੇ ਸਾਰੇ ਚੰਗੇ ਵਧੀਆ ਤੋਂ ਵਧੀਆ ਸਕੂਲਾਂ 'ਚ ਪੜ੍ਹਦੇ ਆ। ਜੀ ਲਾਈਕ ਜਿਵੇਂ ਸਵਾਮੀ ਸੰਦਾਸ ਹੋਇਆ, MGN ਅਰਬਨ ਸਟੇਟ ਹੋਇਆ, ਬੱਚੀਆਂ ਮੇਰੀਆਂ 9-10 ਬੱਚੀਆਂ ਸੇਂਟ ਜੋਸਫ ਤੋਂ ਪੜ੍ਹੀਆਂ, ਇਨੋਸੈਂਟ ਹਾਰਟ ਤੋਂ ਪੜ੍ਹੀਆਂ, ਗੁਰੂਕੁਲ ਤੋਂ ਪੜ੍ਹ ਰਹੇ ਨੇ ਬੱਚੇ। ਸੋ ਕਿਰਪਾ ਬਿਲਕੁਲ ਗੁਰੂ ਜੀ। ਸਾਹਿਬ ਜੀ, ਚੁਣੌਤੀਆਂ ਤੇ ਆਉਂਦੀਆਂ ਹੀ ਆ ਜੀਵਨ ਵਿੱਚ। ਇਹਨਾਂ ਚੁਣੌਤੀਆਂ ਨੂੰ ਸਹਿਜ ਨਾਲ ਬੜੀ ਚੜ੍ਹਦੀ ਕਲਾ 'ਚ ਰਹਿ ਕੇ ਜਿਉਣਾ, ਇਹੀ ਜ਼ਿੰਦਗੀ ਹੈ, ਇਹੀ ਜਿਉਣਾ ਹੈ ਜੀ। ਬੀਬੀ ਜੀ ਇਹ ਗੱਲ ਇਹ ਹੈ ਕਿ ਬੱਚੇ ਜਿਹੜੇ ਆ ਸੁੱਟ ਜਾਂਦੇ ਨੇ ਲੋਕ, ਬੜੀ ਦੁੱਖ ਵਾਲੀ ਗੱਲ ਹੈ ਔਰ ਸਾਡੇ ਸਮਾਜ ਦੇ ਵਾਸਤੇ ਇਹ ਮਾੜੀ ਔਰ ਸ਼ਰਮ ਵਾਲੀ ਔਰ ਸੋਚਣ ਵਾਲੀ ਵੀ ਗੱਲ ਹੈ। ਬਹੁਤ ਸਾਰੇ ਬੱਚੇ ਸਹੀ ਵੀ ਹੁੰਦੇ ਆ, ਕਈ ਬੱਚੇ ਐਸੇ ਹੁੰਦੇ ਆ ਕਿ ਜਿਹੜੇ ਸਹੀ ਨਹੀਂ ਵੀ ਹੁੰਦੇ, ਦਿਮਾਗੀ ਤੌਰ ਤੇ ਕਮਜ਼ੋਰ ਹੁੰਦੇ ਆ ਜਾਂ ਕੋਈ ਖਾਸ ਜ਼ਰੂਰਤਾਂ ਵਾਲੇ ਬੱਚੇ ਹੁੰਦੇ ਆ। ਕਿਹੋ ਜਿਹੇ ਬੱਚੇ ਜਿਹੜੇ ਆ ਉਹ ਇਸ ਵੇਲੇ ਯੂਨੀਕ ਹੋਮ ਦੇ ਵਿੱਚ ਰਹਿ ਰਹੇ ਆ? ਬੱਚੀਆਂ ਸਾਰੀਆਂ ਤਕਰੀਬਨ ਬੇਟੀਆਂ ਨਾਰਮਲ ਨੇ ਤੇ ਸਾਰੀਆਂ ਬੜੀਆਂ ਵਧੀਆ ਯੂਨੀਵਰਸਿਟੀ 'ਚ, ਕਾਲਜਸ ਵਿੱਚ, ਸਕੂਲਾਂ 'ਚ ਜਾ ਰਹੀਆਂ ਨੇ, ਪੜ੍ਹਦੀਆਂ ਨੇ। ਪਰ ਕਈ ਬੱਚੇ ਜਦੋਂ ਇਹ ਬੱਚਿਆਂ ਨੂੰ ਸੁੱਟਿਆ ਜਾਂਦਾ, ਮਦਰਸ ਇੰਨੀਆਂ ਸਟਰੋਂਗ ਮੈਡੀਸਿਨਸ ਲੈ ਕੇ ਬੱਚਿਆਂ ਦੇ ਦਿਮਾਗਾਂ ਦੇ ਉੱਤੇ ਅਸਰ ਹੋਇਆ ਹੁੰਦਾ। ਸਟਿਲ ਵੀ ਕੁਝ ਬੱਚੇ ਹੈਗੇ ਨੇ ਜਿਹੜੇ ਮੈਂਟਲੀ ਵੀਕ ਨੇ, ਪਰ ਉਹ ਡਾਕਟਰਸ ਡਾਇਗਨੋਸ ਕਰਦੇ ਆ ਕਿ ਮਦਰ ਨੇ ਪ੍ਰੈਗਨੈਂਸੀ ਟਾਈਮ ਇਹਨਾਂ ਤੇ ਬਹੁਤ ਜ਼ਿਆਦਾ ਪੋਇਜ਼ਨ ਟਾਈਪ ਮੈਡੀਸਨ ਲਈ ਹੈ ਤੇ ਇਹ ਇਹਨਾਂ ਤੇ ਅਸਰ ਹੈ। ਸੋ ਉਹ ਪ੍ਰੋਬਲਮਸ ਤੇ ਹੁੰਦੀਆਂ ਹੀ ਹੈ, ਬਟ ਉਹੀ ਗੱਲ ਫਿਰ ਚੰਗੇ ਡਾਕਟਰਾਂ ਤੋਂ ਉਹਨਾਂ ਦਾ ਟ੍ਰੀਟਮੈਂਟ ਕਰਾਉਣਾ। ਜਿਵੇਂ ਸਾਡੇ ਇੰਡੀਅਨ ਗਵਰਨਮੈਂਟ ਦੇ ਜੋ ਰੂਲਸ ਐਂਡ ਰੈਗੂਲੇਸ਼ਨਸ ਨੇ, ਉਹਨਾਂ ਦੇ ਅਕੋਰਡਿੰਗ ਫਿਰ ਉਹਨਾਂ ਨਾਲ ਉਹ ਪੂਰਾ ਉਹਨਾਂ ਨੂੰ ਉਹਨਾਂ ਦੇ ਅਕੋਰਡਿੰਗ ਚੱਲਣਾ, ਰੱਖਣਾ ਉਹਨਾਂ ਨੂੰ। ਸੋ ਇਸ ਤਰ੍ਹਾਂ ਬੱਚੀਆਂ ਇੰਟੈਲੀਜੈਂਟ ਵੀ ਨੇ, ਬੱਚੀਆਂ ਬੜੀਆਂ ਜੀ, ਤੇ ਸੋਰ ਸਾਰਾ ਰਲਿਆ ਮਿਲਿਆ ਹੈ ਜੀ। ਜੋਗੀ ਜੀ, ਜਦੋਂ ਆਪਾਂ ਐਂਟਰ ਹੁੰਨੇ ਆ ਯੂਨੀਕ ਹੋਮ ਦੇ ਵਿੱਚ, ਪੰਗੂੜਾ ਹੈ, ਇਹ ਪੰਗੂੜੇ ਦਾ ਕਨਸੈਪਟ ਕਿਵੇਂ ਆਇਆ ਔਰ ਪੰਗੂੜਾ ਕੀ ਹੈ ਤੇ ਪੰਗੂੜੇ ਤੋਂ ਲੈ ਕੇ ਗੇਟ ਅੰਦਰ ਤੱਕ ਦਾ ਸਫ਼ਰ, ਯੂਨੀਕ ਹੋਮ ਤੱਕ ਦਾ ਸਫ਼ਰ ਕਿਹੋ ਜਿਹਾ ਹੁੰਦਾ ਹੈ? ਅਨਨੋਨ ਲੋਕ ਬੱਚੀ ਨੂੰ ਜਦੋਂ ਸਿੱਟ ਕੇ ਜਾਂਦੇ ਹੈ, ਸਾਨੂੰ ਕੋਈ ਪਤਾ ਨਹੀਂ ਬੱਚੀ ਕੌਣ ਹੈ, ਬੱਚੀ ਸਿੱਖ ਹੈ, ਬੱਚੀ ਹਿੰਦੂ, ਮੁਸਲਮਾਨ, ਬੋਧੀ, ਜੈਨੀ, ਪਾਰਸੀ, ਬਿਲਕੁਲ ਨਹੀਂ। ਇਹ ਬੱਚੀਆਂ ਪਰਮਾਤਮਾ ਦੀਆਂ ਬੱਚੀਆਂ ਨੇ, ਇਹ ਬੱਚੀਆਂ ਰੱਬ ਦੀਆਂ ਬੱਚੀਆਂ ਨੇ, ਇਹ ਸੱਚੀ ਰੱਬੀ ਫੈਮਿਲੀ ਹੈ, ਇਹ ਰੱਬ ਦੀਆਂ ਬੱਚੀਆਂ ਨੇ। ਰੱਬ ਦਾ ਨਾਮ ਲੈ ਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਬੱਚੀ ਨੂੰ ਉਠਾਉਣਾ, ਫਿਰ ਮੈਂ ਅੰਦਰ ਨਹੀਂ ਆਉਣਾ, ਬਿਲਕੁਲ ਸਿੱਧੀ ਉੱਥੋਂ ਹੀ ਸਿੱਧੀ ਡਾਕਟਰ ਕੋਲ ਲੈ ਕੇ ਚਲ ਜਾਣਾ। ਇੱਕ ਅਸੀਂ ਇਹ ਸਿਸਟਮ ਪੂਰਾ ਪੱਕਾ ਅਡਾਪਟ ਕਰ ਲਿਆ ਕਿ ਜਦੋਂ ਬੱਚਾ ਆਵੇ ਉਹਨੂੰ ਅੰਦਰ ਨਹੀਂ ਲੈ ਕੇ ਆਉਣਾ, ਅਰਦਾਸ ਕਰਕੇ ਬੱਚਾ ਚੱਕ ਕੇ ਸਿੱਧਾ ਡਾਕਟਰ ਦੇ ਕੋਲ ਉਹਨੂੰ ਐਡਮਿਟ ਕਰਵਾ ਦੇਣਾ। ਉਸ ਵੇਲੇ ਬੱਚੇ ਬੜੀਆਂ ਵੱਡੀਆਂ ਪ੍ਰੋਬਲਮਸ ਦੇ ਵਿੱਚ ਹੁੰਦੇ ਆ, ਕਿਉਂਕਿ ਮਾਵਾਂ ਨੇ ਪਹਿਲੋਂ ਹੀ ਅੰਦਰ ਮੈਡੀਸਨ ਲੈ ਕੇ ਉਹਨਾਂ ਦੀ ਬੁਰੀ ਹਾਲਤ ਕੀਤੀ ਹੁੰਦੀ ਹੈ, ਤੇ ਉਹ ਕਈ ਮਹੀਨੇ, 2 ਮਹੀਨੇ, 3 ਮਹੀਨੇ ਵੀ ਬੱਚੀ ਐਡਮਿਟ ਰਹਿੰਦੀ ਹਸਪੀਟਲਸ ਦੇ ਵਿੱਚ। ਸੋ ਉਹਨਾਂ ਬੱਚੀਆਂ ਨੂੰ ਫਿਰ ਜਦੋਂ ਰਾਜੀ ਬਾਜੀ ਹੋ ਕੇ, ਨਾਲੇ ਫਿਰ ਸਾਨੂੰ ਨਾਲੇ CWC ਨੂੰ ਇਨਫੋਰਮੇਸ਼ਨ ਦੇਣੀ ਹੁੰਦੀ ਹੈ, ਸਾਰਾ ਸੋਸ਼ਲ ਵੈਲਫੇਅਰ ਨੂੰ, ਜੋ ਵੀ ਸਿਸਟਮ ਭਾਰਤ ਸਰਕਾਰ ਦੇ ਨੇ ਉਹ ਪੂਰੇ ਅਡਾਪਟ ਕਰਕੇ ਉਹਦੇ ਅਕੋਰਡਿੰਗ ਫਿਰ ਅਸੀਂ ਬੱਚੀਆਂ ਨੂੰ ਰੱਖਦੇ ਹਾਂ ਜੀ। ਸੋ ਇੱਕ ਤੇ ਇਹ ਬੱਚੀਆਂ ਨੇ, ਦੂਸਰੀਆਂ ਇਹ ਨੇ, ਕੈਟੇਗਰੀ ਇਹ ਹੈ ਕਿ ਜਿਵੇਂ ਅੱਜ ਕੱਲ ਨਸ਼ਿਆਂ ਦਾ ਰੁਝਾਨ ਬਹੁਤ ਵੱਧ ਗਿਆ, ਖਾਸ ਕਰਕੇ ਪੰਜਾਬ ਦੇ ਵਿੱਚ। ਬਿਲਕੁਲ ਉਹਨਾਂ ਦੀਆਂ ਜਿਹੜੀਆਂ ਬੱਚੀਆਂ ਨੇ ਤੇ ਮਦਰ ਜਾਂ ਤੇ ਉਹਨਾਂ ਨੂੰ ਛੱਡ ਕੇ ਚਲ ਜਾਂਦੀਆਂ ਨੇ, ਤੇ ਜਾਂ ਮਦਰਸ ਆਪ ਵੀ ਇੰਨੀਆਂ ਮੈਂਟਲੀ ਡਿਸਟਰਬ ਹੁੰਦੀਆਂ ਨੇ, ਜਾਂ ਕੋਈ ਪਾਵਰਟੀ ਹੁੰਦੀ ਹੈ, ਜਾਂ ਕਿਸ ਤਰ੍ਹਾਂ। ਉਹ ਵੀ ਬੱਚੀਆਂ ਜਿਨ੍ਹਾਂ ਦਾ ਰੀਅਲੀ ਕੋਈ ਸਹਾਰਾ ਨਹੀਂ ਹੁੰਦਾ, ਛੋਟੀਆਂ ਬੱਚੀਆਂ, ਜਾਂ ਉਹਨਾਂ ਦੀ ਕੋਈ ਦਾਦੀ ਹੈ ਜਾਂ ਨਾਨੀ ਹੈ, ਪਰ ਉਹ ਬੱਚਾ ਛੱਡਣਾ ਨਹੀਂ ਚਾਹੁੰਦੀਆਂ ਵੀ ਅਸੀਂ ਤੁਹਾਡੇ ਕੋਲ ਸ਼ੈਲਟਰ ਮੰਗ ਰਹੇ ਹਾਂ ਕਿ ਸਾਡਾ ਬੱਚਾ ਕੁਝ ਸਮੇਂ ਲਈ ਇਹਨਾਂ ਨੂੰ ਸ਼ੈਲਟਰ ਦਿੱਤਾ ਜਾਵੇ, ਤੇ ਜਦੋਂ ਬੱਚਾ ਪੜ੍ਹ ਜਾਏਗਾ, ਕੁਝ ਵੱਡਾ ਹੋ ਜਾਏਗਾ, ਫਿਰ ਅਸੀਂ ਲੈ ਲਾਂਗੇ, ਅਸੀਂ ਛੱਡਣਾ ਨਹੀਂ। ਤੇ ਉਹ ਵੀ ਬੱਚੀਆਂ ਨੇ ਜੀ। ਹਾਂ, ਗੁਰੂ ਸਾਹਿਬ ਸੇਵਾ ਲੈਂਦੇ ਉਹਨਾਂ ਬੱਚੀਆਂ ਦੀ। ਬੀਬੀ ਜੀ, ਬੱਚਾ ਕੋਈ ਵੀ ਆ ਆਪਣਾ ਝਾੜੀ ਦੇ ਵਿੱਚ ਨਾ ਸੁੱਟੇ, ਕਿਸੇ ਨਾਲੀ ਦੇ ਵਿੱਚ ਨਾ ਸੁੱਟੇ, ਕਿਤੇ ਸੜਕ ਤੇ ਨਾ ਸੁੱਟ ਜਵੇ, ਕਿਸੇ ਹਨੇਰੇ ਦੇ ਵਿੱਚ ਨਾ ਸੁੱਟ ਜਵੇ ਕਿ ਉਹਨੂੰ ਕੁੱਤੇ ਨੋਚ ਕੇ ਖਾ ਜਾਣ। ਉਹਦੇ ਵਾਸਤੇ ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਇਸ ਸਮਾਜ ਨੂੰ? ਇਸ ਕਿਉਂਕਿ ਤਾਣਾ ਹੀ ਬਾਣਾ ਹੀ ਐਸਾ ਉਲਝ ਗਿਆ, ਅਸੀਂ ਕਿਹਨੂੰ ਕਹੀਏ? ਇੱਕ ਹੋਵੇ ਕਮਲਾ ਤੇ ਸਮਝਾਵੇ ਵਿਹੜਾ, ਜੇ ਵਿਹੜਾ ਹੋ ਜਾਏ ਕਮਲਾ ਤੇ ਸਮਝਾਵੇ ਕਿਹੜਾ। ਤੇ ਤੁਸੀਂ ਕੀ ਕਹੋਗੇ ਕਿ ਬੱਚੀਆਂ ਸੁੱਟੀਆਂ ਨਾ ਜਾਣ? ਕੀ ਤੁਹਾਡੇ ਕੋਲ ਮੈਂ ਇਹੀ ਸੁਸਾਇਟੀ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੀ ਹਾਂ ਕਿ
ਪਰਮਾਤਮਾ ਸਾਨੂੰ ਸਦ ਬੁੱਧੀ ਬਖਸ਼ਿਸ਼ ਕਰਨ, ਵਿਵੇਕ ਬੁੱਧ ਬਖਸ਼ਿਸ਼ ਕਰਨ ਕਿ ਅਸੀਂ ਆਪਣੀਆਂ ਬੱਚਿਆਂ ਨੂੰ ਬੌਰਨ ਕਰੀਏ ਤੇ ਉਹਨਾਂ ਨੂੰ ਬੜਾ ਰਿਸਪੈਕਟਫੁਲੀ ਪਾਲੀਏ ਤੇ ਉਹਨਾਂ ਦੀ ਸੇਵਾ ਕਰੀਏ, ਕਿਉਂਕਿ ਸਾਡੀ ਮੋਰਲ ਡਿਊਟੀ ਬਣਦੀ ਹੈ। ਪਰਮਾਤਮਾ ਨੇ ਸਾਨੂੰ ਮਾਂ ਦੀ ਕੁੱਖ ਬਖਸ਼ਿਸ਼ ਕੀਤੀ, ਗੁਰੂ ਸਾਹਿਬ ਜੀ ਨੇ, ਕਿ ਜੀਵ ਨੇ ਤੇਰੇ ਰਸਤੇ ਸੰਸਾਰ ਮੰਚ ਤੇ ਆਉਣਾ, ਤੇ ਸਾਡੀ ਹਰ ਪਾਸਿਓਂ ਡਿਊਟੀ ਬਣਦੀ ਉਸ ਬੱਚੇ ਨੂੰ ਅਸੀਂ ਸਾਂਭੀਏ, ਅਸੀਂ ਉਹਨੂੰ ਨਾ ਇਸ ਤਰ੍ਹਾਂ ਕਰੀਏ। ਪਰ ਮੈਂ ਵਿੱਚ ਪਰ ਕਹਿ ਰਹੀ ਹਾਂ ਕਿ ਮੰਨ ਲਓ ਕੋਈ ਪ੍ਰੋਬਲਮ ਆ ਗਈ ਹੈ, ਕੋਈ ਮੈਰਿਜ ਟੁੱਟ ਗਈ ਹੈ, ਕੋਈ ਜ਼ਿਆਦਾ ਬੱਚੀਆਂ ਹੋ ਗਈਆਂ ਨੇ, ਕੋਈ ਜਸਟ ਕੋਈ ਐਸੀ ਪ੍ਰੋਬਲਮ ਆ ਗਈ ਹੈ, ਐਸੀ ਪ੍ਰੋਬਲਮ ਆ ਗਈ ਕਿ ਤੁਸੀਂ ਬੱਚੀ ਨਹੀਂ ਪਾਲ ਸਕਦੇ, ਕੋਈ ਸਾਡੀਆਂ ਅਸੀਂ ਆਪਣੇ ਸੰਸਕਾਰਾਂ ਤੋਂ ਡਿੱਗ ਗਏ ਆ ਤੇ ਸਾਡੇ ਬੱਚੀ ਬੌਰਨ ਹੋ ਗਈ ਹੈ ਤੇ ਸਾਡੇ ਕੋਈ ਕੋਈ ਰਾਏ ਕਿ ਬੱਚੀ ਨੂੰ ਕੁੱਤੇ ਅੱਗੇ ਸੁੱਟਣਾ। ਰੱਬ ਦਾ ਵਾਸਤਾ ਇਹ ਬੱਚੀਆਂ ਨੂੰ ਤੁਸੀਂ ਇਸ ਤਰ੍ਹਾਂ ਨਾ ਮਾਰੋ, ਇਸ ਤਰ੍ਹਾਂ ਨਾ ਸੁੱਟੋ, ਇਹਨਾਂ ਨੂੰ ਅਸੀਂ ਜਿਉਣ ਦਾ ਹੱਕ ਦਈਏ, ਕਿਉਂਕਿ ਰੱਬੀ ਦਾਤ ਹੈ, ਇਹ ਕੁਦਰਤ ਹੈ, ਨੇਚਰ ਹੈ, ਇਹਨੂੰ ਅਸੀਂ ਇੰਨਾ ਕੁਦਰਤ ਦੇ ਨੇਚਰ ਨਾਲ ਖਿਲਵਾੜ ਨਾ ਕਰੀਏ। ਇਹਨਾਂ ਬੱਚੀਆਂ ਦੀ ਸੇਵਾ ਸੰਭਾਲ ਲਈ ਭਾਈ ਕਨਈਆ ਜੀ ਚੈਰੀਟੇਬਲ ਟਰਸਟ ਯੂਨੀਕ ਹੋਮ 24 ਘੰਟੇ ਹਾਜ਼ਰ ਹੈ। ਤੁਸੀਂ ਨੰਬਰ ਨੋਟ ਕਰ ਲਓ, ਤੁਸੀਂ ਸਾਨੂੰ ਇੱਕ ਫੋਨ ਹੀ ਕਰਨਾ, ਅਸੀਂ ਬੜੀ ਰਿਸਪੈਕਟਫੁਲੀ ਆਪ ਬੱਚੀ ਲੈ ਕੇ ਆਵਾਂਗੇ। 9872120664 9871220664 ਤੇ ਇਸ ਤਰ੍ਹਾਂ ਅਸੀਂ ਬੱਚੀਆਂ ਦੀ ਇੰਨੀ ਦੁਰਦਸ਼ਾ ਨਾ ਕਰੀਏ, ਬੱਚੀਆਂ ਨੂੰ ਇੰਜ ਮਾਰੀਏ ਨਾ। ਕੋਈ ਪ੍ਰੋਬਲਮ ਹੈ ਆਉਂਦੀਆਂ ਨੇ ਚੁਣੌਤੀਆਂ, ਆਉਂਦੀਆਂ ਨੇ ਪ੍ਰੋਬਲਮ, ਪਰ ਸਾਨੂੰ ਕਿਹਨ ਰਾਈਟ ਦਿੱਤਾ ਕਿ ਇਹਨਾਂ ਬੱਚੀਆਂ ਦੇ ਅਸੀਂ ਗਲੇ ਘੁੱਟ ਕੇ ਕੁੱਤਿਆਂ ਅੱਗੇ ਸੁੱਟ ਦਈਏ, ਇਹਨਾਂ ਬੱਚੀਆਂ ਨੂੰ ਬੋਰੀਆਂ 'ਚ ਬੰਨ ਕੇ ਸਿੱਟ ਦਈਏ? ਇਹ ਸਾਨੂੰ ਹੱਕ ਕਿਹਨ ਦਿੱਤਾ? ਇਹ ਅਸੀਂ ਇੰਨਾ ਅਨਰਥ ਕਰ ਰਹੇ ਹਾਂ ਔਰ ਸਾਨੂੰ ਭੁਗਤਣਾ ਪਏਗਾ। ਅਜੇ ਤੇ ਸਾਨੂੰ ਸਮਝ ਨਹੀਂ, ਭੁਗਤ ਰਹੇ ਵੀ ਹਾਂ ਔਰ ਭੁਗਤ ਰਹੇ ਹਾਂ। ਕੀ ਹਾਲ ਹੋ ਰਹੇ ਅੱਜ ਕੱਲ ਸੰਸਾਰ ਮੰਚ ਤੇ ਹੀ, ਕਿਤੇ ਮਨ ਦੀ ਸ਼ਾਂਤੀ ਨਹੀਂ, ਹਰ ਵੇਲੇ ਦੌੜ ਰੇਸ। ਸੋ ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਇਹਨਾਂ ਬੱਚੀਆਂ ਨੂੰ ਜਨਮ ਦੇ ਕੇ ਇਹਨਾਂ ਨੂੰ ਸਾਂਭੀਏ, ਇਹਨਾਂ ਨੂੰ ਕੁੱਤਿਆਂ ਅੱਗੇ ਨਾ ਸੁੱਟੀਏ, ਇਹਨਾਂ ਨੂੰ ਮਾਰੀਏ ਨਾ, ਇਹਨਾਂ ਨੂੰ ਬੋਰੀਆਂ 'ਚ ਪਾ ਕੇ ਗੰਦੇ ਪਾਣੀ 'ਚ ਨਾ ਸੁੱਟੀਏ। ਸੋ ਇਸ ਤਰ੍ਹਾਂ ਮੇਰੇ ਕੋਲ ਬੱਚੀਆਂ ਆਉਂਦੀਆਂ ਨੇ। ਸੋ ਮੈਂ ਸੁਸਾਇਟੀ ਨੂੰ ਇਹੀ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਅਸੀਂ ਗੁਰੂਆਂ ਦੇ ਚੱਲੇ ਸਿਧਾਂਤ ਨੂੰ ਆਪਣੀ ਜ਼ਿੰਦਗੀ ਵਿੱਚ ਅਡਾਪਟ ਕਰੀਏ। ਕਦੀ ਵੀ ਸਾਡੇ ਕੋਲ ਉਹ ਕਰਮ ਨਾ ਹੋਵੇ ਜਿਹਦੇ ਨਾਲ ਸਾਨੂੰ ਰੱਬ ਦੀ ਦਰਗਾਹ 'ਚ ਵੀ ਤੇ ਸੰਸਾਰ ਮੰਚ ਤੇ ਵੀ ਸ਼ਰਮਿੰਦਾ ਹੋਣਾ ਪਵੇ। ਗੁਰੂਆਂ ਨੇ ਸਾਨੂੰ ਕੀ ਦਿੱਤੇ? ਇੰਨੀ ਸਾਡੀ ਵਿਰਾਸਤ ਅਮੀਰ। ਮੰਦਰਾਂ ਵਿੱਚ ਉਹ ਫੋਟੋ ਹੁੰਦੀਆਂ ਨੇ ਫੀਮੇਲ ਦੀਆਂ ਲੱਗੀਆਂ, ਬੜਾ ਸਵਾਰਿਆ ਹੁੰਦਾ, ਸ਼ਿੰਗਾਰਿਆ ਹੁੰਦਾ। ਉਹ ਲੋਕੀ ਕਹਿੰਦੇ ਮੂਰਤੀ ਪੂਜਾ ਨਹੀਂ, ਉਹ ਸਾਡਾ ਬੜਾ ਰਿਚ, ਉਹ ਸਾਡਾ ਖਜ਼ਾਨਾ ਹੈ ਕਿ ਸਾਨੂੰ ਇੰਡੀਕੇਸ਼ਨ ਮਿਲ ਰਹੇ ਆ, ਉਹ ਸਾਡੀ ਸੰਸਕ੍ਰਿਤੀ ਹੈ, ਸਾਡੇ ਸੰਸਕ੍ਰਿਤੀ ਦੇ ਪ੍ਰਤੀਕ ਨੇ ਕਿ ਭਾਈ ਫੀਮੇਲ ਨੂੰ ਇੰਨੀ ਰਿਸਪੈਕਟ ਦੇਣੀ ਹੈ, ਇੰਨੇ ਆਦਰ ਨਾਲ, ਇੰਨੇ ਪਿਆਰ ਸਤਿਕਾਰ ਨਾਲ। ਕੰਜਕਾਂ ਦੇ ਪੈਰ ਧੋਣੇ, ਉਹਦੇ ਵਿੱਚ ਲੌਜਿਕ ਕੀ ਹੈ ਕਿ ਭਾਈ ਇਹ ਫੀਮੇਲ ਆ ਗਈ ਹੈ, ਇਹਨੂੰ ਰਿਸਪੈਕਟ, ਇਹਨੂੰ ਬਣਦਾ ਸਤਿਕਾਰ ਸਮਾਜ 'ਚ ਦੇਣਾ। ਅਸੀਂ ਕੀ ਕਰ ਰਹੇ ਹਾਂ? ਗੁਰੂਆਂ ਨੇ ਕੀ ਦੇਣ ਦਿੱਤੀ? ਗੁਰੂ ਸਾਹਿਬਾਨ ਫਿਲਾਸਫੀ ਤੇ ਤਾਂ ਅਸੀਂ ਚੱਲੇ ਹੀ ਨਹੀਂ ਚੱਲੇ। ਜੇਕਰ ਉਸ ਫਿਲਾਸਫੀ ਤੇ ਚੱਲੇ ਹੁੰਦੇ ਤੇ ਅੱਜ ਅਸੀਂ ਔਰਤਾਂ ਨੂੰ ਨਿੰਦਦੇ ਕਿਉਂ ਫਿਰਦੇ ਹੁੰਦੇ? ਔਰ ਗੁਰੂਆਂ ਨੇ ਲਿਖ ਕੇ ਦੇਤਾ ਕਿ ਭਾਈ ਤੂੰ ਉਹਦੀ ਨਿੰਦਾ ਕਰ ਰਿਹਾ, ਉਹਨੂੰ ਮਾਰ ਕੇ ਸੁੱਟ ਰਿਹਾ, ਉਹਨੇ ਤੇ ਏਡੇ ਏਡੇ ਰਾਜੇ ਮਹਾਰਾਜੇ ਦੇਵਤਿਆਂ ਨੂੰ ਜਨਮ ਦਿੱਤੇ ਆ, ਤੇ ਅਸੀਂ ਕਿਉਂ ਉਹਨਾਂ ਦਾ ਹਸ਼ਰ ਕਰ ਰਹੇ ਹਾਂ? ਔਰ ਇਮੇਜਿਨ ਵੇਖੋ ਵੀਰ ਜੀ, ਤੁਸੀਂ ਸੋਚੋ ਕਿ ਕਿੰਨੇ ਸੌ ਸਾਲ ਪਹਿਲਾਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮਾਤਾ ਭਾਗ ਕੌਰ ਜੀ ਨੂੰ ਕਿਹਾ ਕਿ ਮਾਤਾ ਜੀ ਘੋੜਸਵਾਰੀ ਸਿੱਖੋ, ਤੀਰਅੰਦਾਜ਼ੀ ਸਿੱਖੋ, ਤੁਸੀਂ ਯੁੱਧ ਵਿੱਚ ਜਾਣਾ, ਤੁਸੀਂ ਤਲਵਾਰ ਵੀ ਸਿੱਖਣੀ ਹੈ, ਤੁਸੀਂ ਯੁੱਧ ਕਰਨੇ ਹੈ ਕਿ ਇਹ ਹਿੰਦੂ ਰਾਜਿਆਂ ਦੇ ਬੜੇ ਬੁਰੇ ਹਾਲ ਨੇ, ਉਹਨਾਂ ਨੂੰ ਉੱਥੋਂ ਛਡਾ ਕੇ ਲਿਆਉਣਾ। ਤੇ ਉਹ ਮਾਤਾ ਜੀ ਨੇ ਜੰਗ ਯੁੱਧ ਕੀਤੇ, ਸਿੱਖੀ, ਸਭ ਕੁਝ ਸਿੱਖਿਆ। ਔਰ ਇੰਨਾ ਮਤਲਬ ਜਿੰਨਾ ਦਿਨਾਂ 'ਚ ਇੱਕ ਲੇਡੀ ਆਪਣੀ ਉਂਗਲ ਨਹੀਂ ਸੀ ਨੰਗੀ ਕਰ ਸਕਦੀ, ਫੇਸ ਨਹੀਂ ਆਪਣਾ ਨੰਗਾ, ਉਹ ਵੀ ਪਰਦਾ ਕਰਦੀ ਸੀ। ਗੁਰੂ ਸਾਹਿਬ ਜੀ ਨੇ ਕਿਹਾ ਸਭ ਕੁਝ ਉਤਾਰ ਦੋ, ਤੁਸੀਂ ਇੱਕ ਬਹਾਦਰ ਸਿੰਘਣੀ ਬਣ ਕੇ ਜੰਗ ਦੇ ਯੁੱਧ ਵਿੱਚ ਜਾ ਕੇ ਤੇ ਹੋਰ ਫਤਿਹ ਕੀਤੀ। ਅਸੀਂ ਤੇ ਉਹਨਾਂ, ਔਰ ਗੁਰੂ ਸਾਹਿਬ ਜੀ ਨੇ ਵਿਚਾਰੀ ਨਹੀਂ ਬਣਾਇਆ, ਉਹਨੂੰ ਵਿਚਾਰੀ ਨਹੀਂ ਕਿਹਾ, ਉਹਨੂੰ ਕਿਹਾ ਤੂੰ ਯੁੱਧ ਕਰ, ਫੜ ਤਲਵਾਰ। ਝਾਂਸੀ ਦੀ ਰਾਣੀ ਤੂੰ ਵਿਚਾਰੀ ਨਾ ਬਣੀ, ਤੂੰ ਯੁੱਧ ਕਰ। ਸਾਡੀ ਸੰਸਕ੍ਰਿਤੀ ਹੈ। ਔਰ ਫਤਿਹ ਕੀਤੀ, ਔਰ ਹਿੰਦੂ ਰਾਜਿਆਂ ਨੂੰ ਛਡਾ ਕੇ ਲਿਆਏ, ਔਰ ਹਰ ਮੈਦਾਨ ਫਤਿਹ ਬਖਸ਼ਿਸ਼ ਕੀਤੀ। ਔਰ ਸਾਨੂੰ ਗੁਰੂਆਂ ਨੇ ਇਹ ਦੇਣ ਦਿੱਤੀ ਕਿ ਫੀਮੇਲ ਦਾ ਐਡਾ ਸਤਿਕਾਰ, ਐਡਾ ਆਦਰ। ਵਿਚਾਰੀ ਨਹੀਂ ਉਹਨੂੰ ਬਣਾਉਣਾ ਕਿ ਇਹ ਅਬਲਾ ਵੈ ਤੇ ਵਿਚਾਰੀ ਹੈ, ਕੁਝ ਨਹੀਂ ਕਰ ਸਕਦੀ, ਸਭ ਕੁਝ ਕਰ ਸਕਦੀ ਹੈ। ਮੰਦਰਾਂ 'ਚ ਵੀ ਫੜ ਕੇ ਉਹਨਾਂ ਨੇ
ਤਲਵਾਰ ਫੜਾਤੀ ਦੇਵੀਆਂ ਦੇ ਹੱਥਾਂ 'ਚ ਕਿ ਇਹ ਯੁੱਧ ਵੀ ਕਰ ਸਕਦੀਆਂ ਨੇ ਬਿਲਕੁਲ। ਜਦੋਂ ਆਪਣੇ ਸਰੂਪ 'ਚ ਆਉਂਦੀਆਂ ਨੇ। ਇਹ ਏਡੀ ਲੰਬੀ ਆਪਣੀ ਜੀਭ ਵੀ ਕੱਢ ਸਕਦੀਆਂ ਨੇ ਜਦੋਂ ਵੀਰ ਰਸ 'ਚ ਆਉਂਦੀਆਂ ਨੇ। ਜੀ ਬਿਲਕੁਲ ਔਰ ਜੀ। ਸਾਡੀ ਬੜੀ ਉਹ ਵੱਡੀ ਸੰਸਕ੍ਰਿਤੀ ਹਾਂ, ਹੈ। ਵੱਡੀ ਔਰ ਇਹ ਸੰਸਕ੍ਰਿਤੀ ਔਰਤ ਹੈ। ਦੇ ਸਾਰੇ ਹੀ ਰੂਪ ਨੇ। ਮਮਤਾ ਵੀ ਹੈ, ਮਮਤਾ ਵੀ। ਉਹਦੇ ਵਿੱਚ ਵੀਰ ਰਸ ਵੀ ਬਿਰਹਾ ਵੀ ਹੈ, ਉਹਦੇ ਵਿੱਚ ਵੀਰ ਰਸ ਵੀ ਹੈ। ਸਾਰੇ ਸਮਾਜ ਦੀ ਸਿਰਜਣਾ। ਸਿਰਜਣਾ। ਤੁਸੀਂ ਧਰਤੀ ਤੇ ਕੋਈ ਕੰਮ ਦੇਖ ਲਵੋ, ਜੀ। ਉਹਦੇ ਪਿੱਛੇ ਉਹਦੇ ਬਿਹਾਈਂਡ ਔਰਤ ਦਾ ਹੱਥ ਹੋਏਗਾ। ਬਿਲਕੁਲ। ਸਮਾਜ ਦੀ ਸਿਰਜਣਹਾਰੀ ਹੈ, ਔਰ ਸੱਚਮੁੱਚ- ਸਮਾਜ ਦੀ ਉਹ ਜਨਮਦਾਤੀ ਹੈ ਸੰਸਾਰ ਦੀ, ਤੇ ਤੁਸੀਂ ਉਹਨੂੰ ਹੀ ਮਾਰਨ ਲੱਗ ਪਏ। ਬਿਲਕੁਲ। ਕਿਹੜਾ ਰਣ? ਮੈਂ ਤੇ ਹੈਰਾਨ ਆ, ਸਾਡੇ ਪੰਜਾਬ 'ਚ ਆਏ ਦਿਨ ਟੀਵੀ 'ਚ ਨਿਊਜ਼ਪੇਪਰ ਕਿਤੇ ਵੇਖ ਲਵੋ ਕਿ ਨਿਊਲੀ ਬੌਰਨ ਬੱਚੀ ਮਾਰ ਕੇ ਸਿੱਟ ਗਏ ਇਸੇ ਪੋਲੀਥੀਨ ਦੇ ਬੈਗ ਪੰਜਾਬ ਚੋਂ ਦੇ ਬਣੀ। ਵਿੱਚ, ਜੀ। ਕੁੱਤਾ ਖਾ ਰਿਹਾ ਸੀ ਆ ਕਿੱਲਿਆਂ ਵਾਲੀ ਇੱਕ ਜਗ੍ਹਾ, ਇੰਨਾ ਉਹਦਾ ਨੈਕ ਸਾਰਾ ਕੁੱਤਾ ਖਾ ਗਏ, ਹੇਠਲਾ ਪਾਰਟ ਮਿਲਿਆ। ਕਿਉਂ? ਇੱਕ ਤੁਸੀਂ ਜਨਮਦਾਤੀ ਨੂੰ, ਜਿਹਨੇ ਸੰਸਾਰ ਦੀ ਜਿਹੜੀ ਜਨਮਦਾਤੀ ਉਹਦਾ ਆ ਹਾਲ ਕਰ ਰਹੇ ਆ, ਤੇ ਫਿਰ ਕਿੱਥੇ ਭੁਗਤਣਾ ਪਏਗਾ? ਔਰ ਭੁਗਤ ਰਹੇ ਆ। ਜੀ ਜੀ ਐਡੇ ਵੱਡੇ ਜਿਹੜੇ ਭੁਚਾਲ ਤੇ ਇੰਨਾ ਕੁਝ ਜਿਹੜਾ ਆ ਰਿਹਾ, ਤੇ ਇੰਨਾ ਜੀ। ਕੀੜੇ ਆ ਗਏ ਤੇ ਆ ਗਏ, ਇਹ ਸਾਰਾ ਕੁਝ ਇੱਕ ਤਰ੍ਹਾਂ ਦਾ ਰੱਬ ਸਾਨੂੰ ਸਜ਼ਾ ਮੱਤ ਦੇ ਦੇ ਰਿਹਾ, ਬਿਲਕੁਲ, ਮੱਤ ਦੇ ਬਿਲਕੁਲ। ਰਿਹਾ। ਅੱਛਾ ਰਮਨੀਕ ਕੌਰ ਜੀ, ਤੁਸੀਂ ਕਦੇ ਕੇਕ ਦੇਖਿਆ 100 ਕਿਲੋ ਦਾ? ਮੈਂ ਤਾਂ ਜ਼ਿਆਦਾ ਤੋਂ ਜ਼ਿਆਦਾ 2 ਕਿਲੋ ਦਾ ਦੇਖਿਆ। ਹਾਂ 100 ਕਿਲੋ ਦਾ ਕੇਕ, ਤੇ ਉਹ 24 ਅਪ੍ਰੈਲ ਦਾ ਦਿਨ। ਉਹ ਕੀ ਖਾਸੀਅਤ ਆ, ਕੀ ਮਹੱਤਵ ਹੈ ਬੀਬੀ ਜੀ? ਇਸ 24 ਅਪ੍ਰੈਲ ਦੇ ਬਾਰੇ ਵੀ ਸਾਨੂੰ ਜ਼ਰੂਰ ਦੱਸੋ। ਉਹਦੇ ਵਿੱਚ ਸਾਡਾ ਇੱਕ ਦੇ ਬੱਚੀਆਂ ਬੜਾ ਖੁਸ਼ ਹੁੰਦੀਆਂ ਨੇ ਹਾਂ। ਕਿ ਜੁਆਇੰਟਲੀ ਬਰਥਡੇ ਸੈਲੀਬ੍ਰੇਸ਼ਨ ਹੋ ਰਿਹਾ, ਆਪਣਾ ਫੰਕਸ਼ਨ ਸਭ ਆਪ ਅਰੇਂਜ ਕਰਦੀਆਂ ਨੇ, ਜੀ, ਜੀ। ਆਪ ਪਰਫਾਰਮੈਂਸ ਦਿੰਦੀਆਂ ਬੱਚੀਆਂ ਹੀ। ਉਹਦੇ ਵਿੱਚ ਜਿਹੜਾ ਮੇਨ ਸਾਡਾ ਮਕਸਦ ਹੈ, ਜਿਹੜਾ ਜਿਸਟ ਹੈ ਉਸ ਬਰਥਡੇ ਦਾ, ਕਿ ਸਾਡੀਆਂ ਮਾਵਾਂ ਭੈਣਾਂ ਪਿਓ ਭਰਾ ਵੇਖਣ, ਵੱਧ ਤੋਂ ਵੱਧ ਉਹਨਾਂ ਨੂੰ ਯੂਨੀਕ ਹੋਮ ਭਾਈ ਕਨ੍ਹੱਈਆ ਜੀ ਚੈਰੀਟੇਬਲ ਟਰਸਟ ਦਾ ਪਤਾ ਲੱਗੇ ਕਿ ਜਦੋਂ ਵੀ ਕੋਈ ਔਰਤ ਆਪਣੀ ਬੱਚੀ ਨੂੰ ਕੁੱਤੇ ਅੱਗੇ ਲੱਗੇ ਸੁੱਟਣ, ਪੋਲੀਥੀਨ ਦੇ ਲਿਫਾਫੇ 'ਚ ਬੰਨ ਰਹੀ ਹੋਵੇ, ਉਹਦੀ ਗਰਦਨ ਕੱਟ ਰਹੀ ਹੋਵੇ, ਉਹਦੀ ਆਤਮਾ ਉਹਨੂੰ ਅੰਦਰੋਂ ਝੰਜੋੜ ਦੇ ਕਿ ਰੁਕ ਜਾ, ਨਾ ਮਾਰ, ਰੁਕ ਰੁਕ। ਕਿਤੇ ਕੋਈ ਜਗ੍ਹਾ ਹੈ ਜਿੱਥੇ ਇਹਨਾਂ ਬੱਚੀਆਂ ਦਾ ਵਾਰਮਲੀ ਵੈਲਕਮ ਹੈ। ਔਰ ਪ੍ਰਮਾਤਮਾ ਨੇ, ਗੁਰੂ ਸਾਹਿਬ ਜੀ ਨੇ ਬਹੁਤ ਸੁੰਦਰ ਕਰ ਦਿੱਤਾ ਉਹਨਾਂ ਨੂੰ ਰਹਿਣ ਲਈ। ਨਾ ਮਾਰ, ਰੁਕ ਜਾ, ਇਹਨਾਂ ਨੂੰ ਉੱਥੇ ਛੱਡ ਦੇ। ਤੇ ਉਹ ਸਾਨੂੰ ਫੋਨ ਕਰ ਦੇਣ। ਇਹ ਬੱਚੀਆਂ ਦਾ, ਇਹ ਉਹਨਾਂ ਬੱਚੀਆਂ ਦਾ ਘਰ ਹੈ। ਕਦੇ ਕਿਸੇ ਨੇ ਫੋਨ ਵੀ ਕੀਤਾ ਹੈ ਆਪ ਵੀ ਅਸੀਂ ਬੱਚੀ ਦੇਣਾ ਚਾਹੁੰਦੇ ਆ? ਵੈਰੀ ਰੇਅਰ, ਸਿੱਟ ਕੇ ਹੀ ਜਾਂਦੇ ਆ ਜ਼ਿਆਦਾ ਸਿੱਟ ਕੇ ਹਾਂ। ਬਟ ਜਦੋਂ ਅਸੀਂ ਉੱਥੇ ਕੈਮਰਾ ਲਾਇਆ ਹੋਇਆ ਸੀ, ਮਾਡਲ ਹਾਊਸ ਵਿੱਚ ਸੀ, ਜੀ, ਤੇ ਅਸੀਂ ਨਵਾਂ ਕੈਮਰਾ ਲਾ ਲਿਆ, ਤੇ ਉਹ ਬੱਚੀ ਨੂੰ ਲਪੇਟ ਕੇ ਬੰਨ ਕੇ ਉਹਦੇ ਕੋਲ 2 ਪਿੱਲਰ ਸਨ, ਤੇ ਉਹਨਾਂ ਦੇ ਵਿੱਚ ਰੱਖ ਗਏ। ਹੁਣ ਇਸ ਕਰਕੇ ਅਸੀਂ ਇੱਥੇ ਕੈਮਰਾ ਨਹੀਂ ਲਾਇਆ ਕਿ ਬੱਚੀ ਨੂੰ ਕੋਈ ਸਿਰਫ ਕਿ ਬੱਚਾ, ਹਾਂਜੀ ਸਹੀ ਠੀਕ ਹੈ। ਬੱਚੇ ਦੇ ਬਚਾਓ ਲਈ। ਲੋਕ ਧੀਆਂ ਦੀ ਲੋਹੜੀ ਮਨਾਉਂਦੇ ਨੇ, ਪਰ ਦੇਖਿਆ ਜਾਵੇ ਤੇ ਉਹਨਾਂ ਦੀ ਅਸਲੀਅਤ ਕੁਝ ਹੋਰ ਹੈ। ਕੀ ਇਹ ਧੀਆਂ ਦੀ ਲੋਹੜੀ ਪੰਜਾਬੀਆਂ ਦੀ ਖਾਸ ਤੌਰ ਤੇ ਉਹਨਾਂ ਦੇ ਚਿਹਰੇ ਦਾ ਮੁਖੌਟਾ ਹੈ? ਅਸਲੀਅਤ ਤਾਂ ਕੁਝ ਹੋਰ ਹੀ ਹੈ, ਨਹੀਂ ਤਾਂ ਇਹੋ ਜਿਹੇ ਯੂਨੀਕ ਹੋਮ ਕਿਉਂ ਬਣਦੇ? ਅਜੇ ਵੀ ਮਾਈਂਡ ਵਿੱਚ ਹਾਏ ਮੁੰਡਾ, ਹਾਏ ਮੁੰਡਾ, ਜੀ, ਹਾਏ ਮੁੰਡਾ, ਹਾਏ ਮੁੰਡਾ ਹੈ ਕਿ ਮੇਰੀ ਪ੍ਰਾਪਰਟੀ, ਮੇਰੀ ਜਾਇਦਾਦ। ਸਗੋਂ ਹੁਣ ਜਿਹੜੇ ਕੁਝ ਲੋਕ ਜਿਹੜੇ ਅਵੇਕੰਡ ਹੋ ਗਏ ਨੇ, ਉਹ ਸਗੋਂ ਇਸ ਗੱਲ ਨੂੰ ਉਹਨਾਂ ਨੇ ਮੂੰਹ ਕਰ ਲਿਆ ਕਿ ਬੱਚੀਆਂ ਬਰਾਬਰ ਦਾ ਹੀ ਹੈ ਸਾਰਾ ਕੁਝ, ਕੋਈ ਗੱਲ ਨਹੀਂ। ਬਟ ਫੇਰ ਵੀ ਜੇ ਹੈ ਤੇ ਫਿਰ ਇਹ ਕਿਉਂ ਸੁੱਟੀਆਂ ਜਾਂਦੀਆਂ ਨੇ? ਕਿਉਂ ਕੁੱਤਿਆਂ ਅੱਗੇ ਪਾਈਆਂ ਜਾਂਦੀਆਂ ਨੇ? ਕਿਉਂ ਕੀੜੇ ਪੈ ਜਾਣ ਇਹਨਾਂ ਨੂੰ ਉਸ ਤਰੀਕੇ ਦੇ ਨਾਲ, ਜ਼ਾਲਮ ਤਰੀਕੇ ਦੇ ਨਾਲ ਇਹਨਾਂ ਨੂੰ ਦੱਬਿਆ ਬਟ ਉਹ ਜਾਂਦਾ? ਬਹੁਤ ਘੱਟ ਰੇਸ਼ੋ ਹੈ ਜਿਹੜੇ ਕਹਿੰਦੇ ਆ ਵੀ ਚਲੋ ਬੱਚੀਆਂ ਠੀਕ ਨੇ, ਬਟ ਫਿਰ ਵੀ ਮਾਈਂਡ ਦੇ ਕਿਸੇ ਨਾ ਕਿਸੇ ਕਾਰਨਰ 'ਚ ਮੇਰਾ ਮੁੰਡਾ, ਹਾਏ ਮੁੰਡਾ ਹੈਗਾ। ਸੋ ਗੁਰੂ ਸਾਹਿਬ ਸਾਨੂੰ ਸਮਤ ਬਖਸ਼ਿਸ਼ ਕਰਨ। ਇਹ ਜਿਹੜਾ ਕੋੜ ਹੈ ਸਾਡੀ ਸੋਚ ਨੂੰ ਲੱਗਿਆ, ਸਾਨੂੰ ਬੱਚੀਏ ਸੋਚ ਬਦਲਣੀ ਪੈਣੀ ਹੈ। ਇੱਕ ਤੇ ਹੈ ਨਾ ਹਾਏ ਮੁੰਡਾ, ਤੇ ਹਾਏ ਕੁੜੀ ਕਿਉਂ ਜੰਮ ਪਈ। ਦੂਸਰਾ ਇਹ ਹੈ ਕਿ ਜਿਹੜੀਆਂ ਸਾਡੇ ਜੀਵਨ ਦੇ ਵਿੱਚੋਂ ਮੋਰਲ ਵੈਲਿਊਜ਼ ਉੱਡ ਗਈਆਂ, ਜਿਹੜਾ ਸਾਡਾ ਪ੍ਰਿੰਸੀਪਲ ਸੀ ਰੱਬ ਵਾਲਾ, ਗੁਰੂਆਂ ਪੀਰਾਂ ਸਾਧਾਂ ਸੰਤਾਂ ਦੇਵਤਿਆਂ ਵਾਲਾ, ਉਹ ਨਹੀਂ ਰਿਹਾ। ਅਸੀਂ ਡਿਸਪਲਿਨਡ ਲਾਈਫ ਜੀਣਾ ਨਹੀਂ ਚਾਹੁੰਦੇ। ਅਗਰ ਅਸੀਂ ਡਿਸਪਲਿਨਡ ਲਾਈਫ ਸਾਡੇ ਬੱਚੇ ਜੀਣਗੇ, ਉਹ ਕਦੀ ਵੀ ਕੋਈ ਗਲਤ ਹਰਕਤ ਨਹੀਂ ਹੋਏਗੀ। ਉਹ ਇੱਕ ਡਿਸਪਲਿਨਮਈ ਜ਼ਿੰਦਗੀ 'ਚ ਜੀਣਗੇ, ਤੇ ਉਹ ਫਿਰ ਅਨਵੈਡ ਮਦਰ ਜਿਹੜੀ ਹੈ, ਉਹ ਕਦੀ ਵੀ ਬੱਚੇ ਨੂੰ ਇਸ ਤਰ੍ਹਾਂ ਉਹਦੇ ਨਾਲ ਇਨਜਸਟਿਸ ਨਹੀਂ ਕਰੇਗੀ, ਔਰ ਉਹਨੂੰ ਸੁੱਟੇਗੀ ਨਹੀਂ, ਉਹਨੂੰ ਇਸ ਤਰ੍ਹਾਂ ਨਹੀਂ ਕਰੇਗੀ। ਸਾਡੇ ਪੁਰਖਿਆਂ ਨੂੰ ਵੀ ਚਾਹੀਦਾ ਸੀ ਕਿ ਸਾਨੂੰ ਉਹ ਸਮਤ ਬਖਸ਼ਿਸ਼ ਕਰਦੇ, ਸਾਨੂੰ ਉਹ ਮੋਰਲ ਵੈਲਿਊਜ਼ ਦੇ। ਸਾਡੇ ਐਜੂਕੇਸ਼ਨ ਵਿੱਚ ਵੀ ਇਹ ਸਿਸਟਮ ਬੇਤਹਾਸ਼ਾ ਇੰਪੋਰਟੈਂਟ ਹੋਣਾ ਚਾਹੀਦਾ ਵਾ ਕਿ ਸਾਡੇ ਜਿਹੜੇ ਬੱਚੇ ਪੜ੍ਹ ਰਹੇ ਆ, ਉਹਨਾਂ ਨੂੰ ਪਤਾ ਲੱਗੇ ਕਿ ਮੋਰਲ ਵੈਲਿਊਜ਼ ਕੀ ਨੇ ਔਰ ਡਿਸਪਲਿਨਡ ਲਾਈਫ ਕੀ ਹੈ। ਤੇ ਨਾ ਇਹ ਕੋਈ ਕੋਝੀ ਹਰਕਤ ਹੋਵੇ
ਤੇ ਨਾ ਉਹਨਾਂ ਬੱਚੀਆਂ ਨੂੰ ਫੇਰੇ ਦੁੱਖ ਇੰਨਾ ਸਹਿਣਾ ਪਵੇ। ਜੀ ਬੀਬੀ ਜੀ, ਪਦਮ ਸ਼੍ਰੀ ਸਾਡੇ ਭਾਰਤ ਦਾ ਚੌਥਾ ਸਭ ਤੋਂ ਵੱਡਾ ਇੱਕ ਨਾਗਰਿਕ ਪੁਰਸਕਾਰ ਆ। ਜਦੋਂ ਇਸ ਸਨਮਾਨ ਦੀ ਘੋਸ਼ਣਾ ਹੋਈ, ਤੁਹਾਨੂੰ ਪਤਾ ਲੱਗਿਆ, ਉਦੋਂ ਕੀ ਫੀਲਿੰਗ ਸੀ ਤੁਹਾਡੇ ਦਿਲ ਦੇ ਵਿੱਚ? ਬਸ ਠੀਕ ਸੀ। ਹਾਂ। ਮੈਂ ਇਹ ਸਮਝਿਆ ਕਿ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ। ਹਾਂ। ਤੇ ਸਭ ਤੋਂ ਜ਼ਿਆਦਾ ਮੈਨੂੰ ਚੰਗਾ ਲੱਗਾ ਜਦੋਂ ਮੈਂ ਉੱਥੇ ਜਾ ਕੇ ਵੇਖਿਆ ਕਿ ਉਹ ਸਾਰੇ ਮਾਤੜ ਵਿਚਾਰੇ ਮੇਰੇ ਵਰਗੇ ਹੀ ਆਏ ਹੋਏ ਸੀ। ਤੁਸੀਂ ਇਹ ਵੀ ਚੱਪਲਾਂ ਪਾ ਕੇ ਗਏ ਹੋ, ਕੈਂਚੀ ਚੱਪਲਾਂ, ਪਰ ਹਾਂਜੀ। ਖੁਦ ਇੱਕ ਬ੍ਰਾਂਡ ਬਣ ਕੇ ਗਏ ਹੋ। ਸਾਦਗੀ ਸਾਦਗੀ। ਮੁਰਾਦ ਮੇਰਾ ਹੈ। ਸਾਰੀ ਉਮਰ ਇਹੀ ਚੱਪਲਾਂ ਰਹੀਆਂ। ਹਾਂ। ਆਹੀ 2 ਕੱਪੜੇ ਰਹੇ ਆ। ਨਾ ਗਰਮੀਆਂ 'ਚ ਕਦੀ ਰੰਗ ਬਦਲਿਆ, ਨਾ ਸਰਦੀਆਂ 'ਚ। ਔਰ ਮਨ ਸੱਚਮੁੱਚ ਚੜ੍ਹਦੀ ਕਲਾ 'ਚ ਹੈ। ਜਿਹੜੇ ਲੋਕ ਕਦੇ ਵੀ ਰੰਗ ਨਹੀਂ ਬਦਲਦੇ, ਜੀਵਨ ਦੇ ਢੰਗ ਨਹੀਂ ਬਦਲਦੇ, ਉਹ ਹਮੇਸ਼ਾ ਅੱਗੇ ਵਧਦੇ ਨੇ। ਫਿਰ ਉਹਨਾਂ ਨੂੰ ਦੁਨੀਆ ਦੇ ਵਿੱਚ ਜਿੱਥੇ ਵੱਡੇ ਵੱਡੇ ਮਾਣ ਸਨਮਾਨ ਮਿਲਦੇ ਨੇ, ਉੱਥੇ ਲੋਕਾਂ ਦਾ ਦਿਲੀ ਸਤਿਕਾਰ ਵੀ ਮਿਲਦਾ ਹੈ, ਜਿਹੜਾ ਬੀਬੀ ਪ੍ਰਕਾਸ਼ ਕੌਰ ਜੀ ਦੀ ਝੋਲੀ ਪਿਆ। ਬੀਬੀ ਜੀ, ਅੱਜ ਤੁਸੀਂ ਸਾਡੇ ਨਾਲ ਪ੍ਰੋਗਰਾਮ ਪੰਜਾਬੀ ਸੱਥ ਦੇ ਵਿੱਚ ਬਹੁਤ ਸਾਰੀਆਂ ਦਿਲੀ ਗੱਲਾਂ ਕੀਤੀਆਂ। ਤੁਹਾਡਾ ਬਹੁਤ ਬਹੁਤ ਪਰ ਧੰਨਵਾਦ। ਮੈਂ ਸਾਰੀ ਸੰਗਤ ਨੂੰ ਅਪੀਲ ਕਰਨਾ ਜੀ, ਚਾਹੁੰਦੀ ਹਾਂ, ਜ਼ਰੂਰ, ਜ਼ਰੂਰ, ਬੇਨਤੀ ਜ਼ਰੂਰ। ਕਰਨਾ ਚਾਹੁੰਦੀ ਹਾਂ ਕਿ ਜਦੋਂ ਵੀ ਕੋਈ ਅੰਦਰੋਂ ਬਾਹਰੋਂ ਸੰਗਤ ਆਵੇ ਤੇ ਪਲੀਜ਼ ਉਹ 24 ਅਪ੍ਰੈਲ ਨਾ ਭੁੱਲੇ, ਵਾਹ। ਕਿਉਂਕਿ ਬੱਚਿਆਂ ਦਾ ਜੁਆਇੰਟਲੀ ਬਰਥਡੇ ਸੈਲੀਬ੍ਰੇਸ਼ਨ ਹੁੰਦੀ ਹੈ ਤੇ ਸਾਰੇ ਆਉਣ ਤੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਉਹਨਾਂ ਨੂੰ ਬਲੈਸ ਕਰਨ, ਤਾਂ ਕਿ ਉਹ ਇੱਕ ਚੰਗੇ ਨਾਗਰਿਕ ਬਣ ਕੇ, ਇੱਕ ਚੰਗੇ ਇਨਸਾਨ ਬਣ ਕੇ ਉਹ ਦੁਨੀਆ ਦੇ ਵਿੱਚ ਵਿਚਰਨ ਤੇ ਉਹ ਬੜੇ ਸ਼ਾਨ ਦੇ ਨਾਲ ਆਪਣਾ ਜ਼ਿੰਦਗੀ ਬਸਰ ਕਰ ਸਕਣ। ਅੱਜ ਅਸੀਂ ਉਸ ਸਾਦਗੀ ਵਾਲੀ ਮੂਰਤ ਦੇ ਨਾਲ, ਉਸ ਮਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਜਿਹਨੇ ਬੱਚੀਆਂ ਦੀ, ਉਹਨਾਂ ਬੱਚੀਆਂ ਦੀ ਕਿ ਜਿਨ੍ਹਾਂ ਨੂੰ ਲੋਕ ਮਰਨ ਦੇ ਵਾਸਤੇ ਸੁੱਟ ਜਾਂਦੇ ਸੀਗੇ, ਉਹਨਾਂ ਦੇ ਸੁਚੱਜੇ ਜੀਵਨ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਪਦਮ ਸ਼੍ਰੀ ਬੀਬੀ ਪ੍ਰਕਾਸ਼ ਕੌਰ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਪੰਜਾਬੀ ਸੱਥ ਦੇ ਵਿੱਚ। ਔਰ ਬੀਬੀ ਜੀ, ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ, ਸਾਡੇ ਨਾਲ ਬਹੁਤ ਸਾਰੀ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਨਾਲ ਦੀ ਨਾਲ ਧੰਨਵਾਦ ਸਾਡੇ ਦਰਸ਼ਕਾਂ ਦਾ ਵੀ। ਦਰਸ਼ਕੋ, ਦਿਓ ਇਜਾਜ਼ਤ ਪ੍ਰੋਗਰਾਮ ਪੰਜਾਬੀ ਸੱਥ ਨੂੰ ਇੱਥੇ ਹੀ ਸਮੇਟਣ ਦੀ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਕੌਰ ਤੇ ਨੂੰ। ਤੁਸੀਂ ਇਸੇ ਤਰ੍ਹਾਂ ਹੀ ਦੇਖਦੇ ਰਹਿਣਾ ਜੀ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਕੋਸ਼ਿਸ਼ ਸਾਡੀ। ਸਾਡੀ।